बिस्मिल्लाहिर्रहमानिर्रहीम अस्सलाम वालेकुम दोस्तों की हाल चाल जी ठीक ठाक हो जनाब। मैं मियां मोहम्मद जाहिद साडे नाल जनाब मोहम्मद अरशद उर्फ जनाब भाई बग्गा साहब बग्गे के नाम तो मशहूर ने जनाब। ते असीं जनाब कोट नैना शहर बोलते पे जनाब। ये शक्करगढ़ का एरिया है जी, नारोवाल शक्करगढ़ का एरिया जनाब 14 किलोमीटर दूर कोट नैना है जिस जगह से असीं जनाब खलोते हैं। बन के उत्ते जनाब पिंड है भाई बग्गे का, ठीक है। उत्ते उन्होंने शैड बनाया जनाब। तो अल्लाह खैर करे तो असीं भाई बग्गे के खैर खरीत नाल पहुँच गए हैं। तो अज जी गुफ्तगू होनी है कुछ कम्यूनिटी वगैरह भी आए हैं, उन्होंने तो भी गुफ्तगू होएगी। तो सब तो पहले साडा सवाल भाई बग्गे गया है कि जनाब सानू ना साडा जो चूजे ने असीं पाए दा 1000 चूजा छोटा एक दिन का, ਉਹਦੇ ਵਿੱਚ ਡੇਲੀ ਦਾ ਇੱਕ ਜਾ ਰਿਹਾ, ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਕਿ ਜਿਹੜੀ ਕੇਰ ਹੁੰਦੀ ਹੈ ਨਾ ਛੋਟੀ, ਉਹ ਕਿਰਦੀ ਹੁੰਦੀ ਹੈ। ਕੋਈ ਐਸੀ ਗੱਲ ਨਹੀਂ, ਉਹ ਕੋਈ ਮਸਲਾ ਨਹੀਂ, ਕਿਉਂਕਿ ਤੁਹਾਨੂੰ ਕੋਈ ਅਗਰ ਇੱਕ ਰੋਜ਼ ਦੇ ਇੱਕ ਵੀ ਕਰੇਗਾ 30 ਚ ਚੱਲ ਜਾਣਗੇ ਮਿਸਾਲ, ਕੋਈ ਐਸੀ ਗੱਲ ਨਹੀਂ। ਬਾਕੀ ਲੇਕਿਨ ਗੱਲ ਇਹ ਸਮਝੋ ਕਿ ਜਿਹੜਾ ਕਮਜ਼ੋਰ ਚੂਚਾ ਹੁੰਦਾ ਨਾ, ਜਿਹਨੂੰ ਵੈਕਸੀਨ ਨਹੀਂ ਵਿੱਚ ਪਾਈ ਗਈ ਹੁਣ ਗਮੋਰੋ, ਅੱਛਾ ਉਹਨੇ ਜਾਣਾ ਬਸ। ਇਹਦਾ ਮਤਲਬ ਕਿ ਇਹਨਾਂ ਨੇ ਵਿੱਚ ਫਿਰਦੇ ਫਿਰਦੇ ਤੁਰਦੇ ਰਹਿਣ। ਕੋਈ ਐਸੀ ਜਾਨਵਰ ਹੁੰਦੇ ਆ ਕਿ ਜਿਹੜੇ ਉਹ ਰਹਿ ਜਾਂਦੇ, ਤੇ ਜਿਹੜੀ ਬਿਮਾਰੀ ਹੁੰਦੀ ਹੈ ਨਾ ਉਹ ਆਪਣਾ ਹਰਕਤ ਕਰ ਜਾਂਦੀ ਹੈ, ਜਿਹਦੀ ਵਜ੍ਹਾ ਤੋਂ ਆ ਕੇ ਨਾ ਬੜੀ ਵੀ ਗੌਰ ਨਾ ਕਰੀਏ ਤੇ 15 20 30 ਚੂਚੇ ਰਹਿ ਹੀ ਜਾਂਦੇ ਨੇ ਪੀਣ ਤੋਂ ਰਹਿ ਜਾਂਦੇ ਨੇ। ਪਹਿਲੇ ਪਾਣੀ ਪੀ ਲਿਆ ਹੁੰਦਾ ਵਾ ਜਿਸ ਤਰ੍ਹਾਂ ਵੀ ਆ, ਉਹ ਟਾਈਮ ਪਾਸ ਜਾਂ ਉਹਨਾਂ ਨੂੰ ਪੀਣ ਦਾ ਮੌਕਾ ਨਹੀਂ ਮਿਲਦਾ। ਤੇ ਜਿਹਦੀ ਵਜ੍ਹਾ ਤੋਂ ਆ ਕੇ ਜਾਂ ਆਰੇ ਲੱਗੇ ਰਹਿੰਦੇ ਨੇ ਤਾਂ ਉਹਨਾਂ ਨੂੰ ਨਹੀਂ ਮਿਲਦਾ। ਕਿ ਉਹ ਜਿਹੜੀ ਵੈਕਸੀਨ ਹੁੰਦੀ ਹੈ ਨਾ, ਉਹ ਗਮੋਰੋ ਬਹੁਤ ਜ਼ਰੂਰੀ ਹੁੰਦੀ ਹੈ। ਉਹਦੀ ਵਜ੍ਹਾ ਤੋਂ ਆ ਕੇ ਪਹਿਲੇ ਤਾਂ ਚੂਚੇ ਜ਼ਾਇਆ ਹੁੰਦੇ ਨੇ ਹੀਟ ਤੋਂ, ਉਸ ਤੋਂ ਬਾਅਦ ਇਹ ਚੂਚੇ ਹੀਟ ਤੋਂ ਨਹੀਂ ਹੁੰਦੇ, ਗਮੋਰੋ ਤੋਂ ਹੁੰਦੇ। ਗਮੋਰੋ ਦੀ ਜਿਹੜੀ ਹੁੰਦੀ ਆ ਗਮੋਰੋ ਜਿਹੜੀ ਆ, ਇਸ ਵਾਸਤੇ ਕਿ ਇਹਨੂੰ ਡਬਲ ਗਮੋਰੋ ਕਰਾਈ ਜਾਵੇ ਤਾਂ ਬਿਹਤਰ ਹੁੰਦਾ ਵਾ। ਅੱਗੋਂ ਇਨਸ਼ਾਅੱਲਾ ਤੁਹਾਨੂੰ ਡਬਲ ਗਮੋਰੋ ਕਰਾ ਦੇਣੀ ਕਰਨੀ, ਠੀਕ ਹੈ। ਡਬਲ ਮਤਲਬ ਕਿ ਉਸੇ ਟਾਈਮ ਹੀ ਦੁਬਾਰਾ ਦੂਸਰੇ ਦਿਨ ਕਰਾ ਦੇ, ਦੂਸਰੇ ਦਿਨ, ਠੀਕ ਹੈ। ਉਹ ਗਮੋਰੋ ਦੇ ਸਿਰਫ ਡਬਲ ਡੋਜ਼ ਤਾਂ ਨਾ ਕਰਾਈ ਦੀ ਆ ਕਿ ਫਿਰ ਸਮਝੀ ਅਗਰ ਉਸੇ ਤਰ੍ਹਾਂ ਹੀ ਕਰਾਈਏ ਨਾ ਤੇ ਉਸ ਤਰ੍ਹਾਂ ਕਰਾ ਕੇ 2-4 ਘੰਟੇ ਤੋਂ ਬਾਅਦ ਉਹਨੂੰ ਫਿਰ ਦੁਬਾਰਾ ਕਰਾ ਦਿੱਤੀ ਆ, ਠੀਕ ਹੈ। ਉਹ ਫਿਰ ਇਸ ਤਰ੍ਹਾਂ ਹੁੰਦਾ ਵਾ ਕਿ ਜਿਹਨੇ ਨਹੀਂ ਨਾ 2-4 ਘੰਟੇ ਪਿੱਛੇ ਪਾਣੀ ਪੀਤਾ ਉਹ ਅਗਲੇ ਘੰਟੇ 'ਚ ਪੀ ਲੈਂਦਾ, ਅਗਲੇ ਘੰਟੇ 'ਚ ਪੀ ਲੈਂਦਾ, ਇਸ ਤਰ੍ਹਾਂ ਹੀ ਆ। ਲੇਕਿਨ ਉਹ ਅੱਗੋਂ ਹੀ ਗਮੋਰੋ ਡਬਲ, ਮਤਲਬ ਅਸੀਂ ਹੁਣ ਸਮਝ ਗਏ ਇਸ ਚੀਜ਼ ਨੂੰ ਕਿ ਜਿਹੜਾ ਸਾਡਾ ਦੋਸਤੋ ਇੱਕ ਚੂਜ਼ਾ ਡੇਲੀ ਦਾ ਜ਼ਾਇਆ ਹੋ ਰਿਹਾ, ਭਾਈ ਬੱਗਾ ਜੀ ਕਹਿੰਦੇ ਨੇ ਕਿ ਉਹ ਇਸ ਤੋਂ ਚਾਹਿਆ ਇੱਕ ਤੋਂ ਕਮਜ਼ੋਰ ਹੋਏਗਾ, ਤੇ ਦੂਸਰਾ ਹੈ ਕਿ ਉਹਨੇ ਜਿਹੜੀ ਮੈਡੀਸਨ ਜਿਹੜੀ ਵੈਕਸੀਨ ਅਸੀਂ ਕੀਤੀ ਸੀ ਨਾ ਗਮੋਰੋ, ਉਹ ਉਹਨੇ ਨਹੀਂ ਪੀਤੀ ਹੋਣੀ, ਠੀਕ ਹੈ ਨਾ। ਕੁਝ ਜ਼ਾਹਰ ਕੁਝ ਚੂਜ਼ੇ ਤੇ ਰਹਿ ਗਏ ਹੋਣਗੇ ਨਾ ਵਿੱਚ। ਇਹਦਾ ਮਤਲਬ ਇਹ ਹੋਇਆ ਕਿ ਜਦੋਂ ਵੈਕਸੀਨ ਕਰਨੀ ਹੈ ਨਾ 2-3 ਘੰਟੇ ਤੋਂ ਬਾਅਦ ਫਿਰ ਦਵਾ ਕਰਾ ਦਿਓ, ਸਾਨੂੰ ਜਾਂ ਡਬਲ ਕਰਵਾ ਦਿਓ, ਤੇ ਜਾਂ ਫਿਰ ਉਹਦੇ ਉੱਤੇ ਬਹਿ ਕੇ ਤੇ ਨਜ਼ਰ ਰੱਖਣੀ ਪੈਣੀ ਹੈ ਕਿ ਚੂਚਾ ਕੋਈ ਰਹਿ ਤੇ ਨਹੀਂ ਰਿਹਾ। ਵਿੱਚ ਫਿਰਦਾ ਤੁਰਦਾ ਰਹਿਣਾ ਬੰਦਾ, ਫਿਰ ਜਿਹਨੇ ਨਹੀਂ ਪੀਣਾ ਉਹ ਵੀ ਪੀ ਲੈਂਦਾ। ਹਾਂ ਠੀਕ ਹੈ। ਇਹ ਦੋਸਤੋ ਤੁਸੀਂ ਵੀ ਇਸ ਚੀਜ਼ ਤੇ ਗੌਰ ਕਰਨੀ ਹੈ ਕਿਉਂਕਿ ਸਾਡਾ ਇੱਕ ਦਿਨ ਦਾ ਇੱਕ ਚੂਜ਼ਾ ਜ਼ਾਇਆ ਹੋ ਰਿਹਾ। ਉਹਦੀ ਵਜ੍ਹਾ ਭਾਈ ਬੱਗੇ ਨੇ ਦੱਸੀ ਹੈ ਕਿ ਉਹਨੇ ਵੈਕਸੀਨ ਨਹੀਂ ਉਹਨੂੰ ਹੋਈ, ਉਹਨੇ ਦਵਾਈ ਨਹੀਂ ਪੀਤੀ ਹੈਗੀ, ਦਵਾਈ ਵਾਲਾ ਪਾਣੀ ਨਹੀਂ ਉਹਨੇ ਪੀਤਾ ਹੈਗਾ। ਉਹਦੀ ਵਜ੍ਹਾ ਤੋਂ ਜਨਾਬ ਚੂਜ਼ਾ ਤੁਹਾਡੇ ਰਹਿ ਗਏ ਨੇ ਕੋਈ 2 4 5 10 20 ਜਿਹੜੇ ਹੈ ਨੇ ਉਹ ਵਕਫੇ ਨਾਲ ਡਿੱਗ ਜਾਣੇ ਨੇ, ਠੀਕ ਹੈ ਨਾ। ਤੇ ਬਾਕੀ ਅੱਲਾ ਖੈਰ ਕਰੇ। ਕੋਸ਼ਿਸ਼ ਤਾਂ ਸਾਡੀ ਇਹੋ ਹੀ ਕਿ ਜਨਾਬ ਸਾਰੇ ਚੂਜ਼ੇ ਜਿਹੜੇ ਨੇ ਉਹਨਾਂ ਨੂੰ ਵੈਕਸੀਨ ਹੋਏ, ਸਾਰੇ ਪੀਣ। ਫਿਰਦੇ ਟੁਰਦੇ ਰਹੇ ਆ ਵਿੱਚ, ਲੇਕਿਨ ਫਿਰ ਵੀ ਕੋਈ ਨਾ ਕੋਈ ਰਹਿ ਗਿਆ। ਤੇ ਤੁਸੀਂ ਇਹ ਗਲਤੀ ਤੁਸੀਂ ਨਹੀਂ ਕਰਨੀ ਹੈ। ਸਾਡੇ ਕੋਲ ਜਿਹੜੀ ਗਲਤੀ ਹੋਈ ਹੈ ਇਹ ਗਲਤੀ ਤੁਹਾਡੇ ਕੋਲ ਨਹੀਂ ਹੋਣੀ ਚਾਹੀਦੀ। ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਜਨਾਬ ਹਰ ਚੂਜ਼ਾ ਜਿਹੜਾ ਨਾ ਵੇਖ ਕੇ ਲਾਗੇ ਬੈਠ ਕੇ, ਭਾਵੇਂ ਹੱਥ ਨਾਲ ਫੜ ਕੇ ਉਹਨੂੰ ਉੱਥੇ ਰੱਖੋ, ਠੀਕ ਹੈ ਨਾ, ਡੱਬੇ ਦੇ ਲਾਗੇ, ਤੇ ਜਨਾਬ ਹਰ ਚੂਸੇ ਨੂੰ ਤੁਸੀਂ ਪਾਣੀ ਪਿਲਾਣਾ ਵੈਕਸੀਨ ਵਾਲਾ। ਡੁੱਬ ਜਾਣੀ ਉਹਨੂੰ ਵੈਕਸੀਨ ਹੋ ਜਾਂਦੀ ਹੈ, ਜਿਹਦੀ ਚੁੰਝ ਡੁੱਬ ਗਈ ਉਹਨੂੰ ਵੈਕਸੀਨ ਹੋ ਜਾਣੀ ਹੈ। ਉਹਦੀ ਵਜ੍ਹਾ ਤੋਂ ਇਹ ਸਾਡਾ ਮਸਲਾ ਬਣਦਾ। ਕੋਈ ਐਸੀ ਗੱਲ ਨਹੀਂ, ਪਰ ਜਦ ਬਹੁਤਾ ਕੰਟਰੋਲ ਸੀ ਹੋ ਗਿਆ ਦਾ ਕੋਈ ਨਹੀਂ, 1-2 ਸਮਝਿਓ ਉਹਦੇ ਐਂਡ ਤੇ ਕਿਲੋ 2 ਕਿਲੋ ਦਾ ਜਾਨਵਰ ਹੋ ਕੇ ਡਿੱਗਦਾ ਰਹਿੰਦਾ, ਕੋਈ ਐਸੀ ਗੱਲ ਨਹੀਂ, ਠੀਕ ਹੈ। ਇੱਕ ਚੀਜ਼ ਹੋਰ ਭਾਈ ਬੱਗੇ ਨੇ ਦੱਸੀ ਹੈ ਕਿ ਜਨਾਬ ਤੁਸੀਂ ਡਬਲ ਡੋਜ਼ ਕਰਵਾ ਦੇਣੀ ਹੈ, ਠੀਕ ਹੈ। ਡਬਲ ਵੈਕਸੀਨ ਕਰਵਾ ਦੇਣੀ ਹੈ। ਇੱਕ ਦਿਨ ਇੱਕ ਕਰਵਾ ਕੇ ਨਾ ਗਮੋਰੋ, ਤੇ ਦੂਜੇ ਦਿਨ ਫਿਰ ਗਮੋਰੋ ਦੀ ਤੁਸੀਂ ਵੈਕਸੀਨ ਕਰ ਦਿਓ, ਕਿ ਫਿਰ ਜਿਹੜਾ ਕੋਈ ਚੂਜ਼ਾ ਰਹਿ ਜਾਂਦਾ ਨਾ ਉਹ ਵੀ ਨਹੀਂ ਰਹਿੰਦਾ ਹੈਗਾ, ਠੀਕ ਹੈ ਨਾ। ਇਹ ਸਾਡੇ ਕੋਲ ਗਲਤੀ ਹੋ ਗਈ ਹੈ। ਮਤਲਬ ਅਸੀਂ ਤੁਹਾਨੂੰ ਇਸ ਲਈ ਕਿਉਂਕਿ ਜਿਸ ਪੈਂਡੇ ਤੋਂ ਜਿਸ ਰਸਤੇ ਤੋਂ ਅਸੀਂ ਗੁਜ਼ਰਨੇ ਪਿਆ ਉਹ ਅਸੀਂ ਤੁਹਾਨੂੰ ਪਿੱਛੇ ਦੱਸਦੇ ਆ ਰਹੇ ਕਿ ਨਾ ਇਹ ਚੀਜ਼ਾਂ ਦੀ ਵਜ੍ਹਾ ਨਾਲ ਇਹ ਮਸਲੇ ਬਣਦੇ ਪਏ ਨੇ। ਤੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਡਬਲ ਡੋਜ਼ ਹੋ ਜੇ, ਠੀਕ ਹੈ ਨਾ। ਅਗਰ ਨਹੀਂ ਕਰਨੀ ਡਬਲ, ਤੁਸੀਂ ਕਰਨੇ ਕੋਈ 700-800 ਰੁਪਏ ਦੀ 850 ਰੁਪਏ ਦੀ ਉਹ ਵੈਕਸੀਨ ਹੈਗੀ ਆ। ਅਗਰ ਤੁਸੀਂ ਕਹਿੰਦੇ ਕਿ 800-850 ਨਹੀਂ ਖਰਚਣਾ, ਤੇ ਫਿਰ ਤੁਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਜਿਹੜੀ ਪਹਿਲੀ ਵੈਕਸੀਨ ਕਰਨੀ ਹੈ ਨਾ ਉਹਨੂੰ ਤੁਸੀਂ ਲਾਗੇ ਬੈਠ ਕੇ ਚੂਜ਼ੇ ਨੂੰ ਗੌਰ ਨਾਲ ਵੇਖਣਾ ਹੈ ਕਿ ਜਨਾਬ ਕਿਸ ਚੂਜ਼ੇ ਨੇ ਨਹੀਂ ਪਾਣੀ ਪੀਤਾ ਹੈਗਾ। ਕਿਸ ਚੂਜ਼ੇ ਨੇ ਵੈਕਸੀਨ ਵਾਲਾ ਪਾਣੀ ਨਹੀਂ ਪੀਤਾ, ਤੇ ਫਿਰ ਤੁਹਾਡੇ ਚੂਜ਼ੇ ਨੂੰ ਕੋਈ ਮਸਲਾ ਨਹੀਂ ਹੋਏਗਾ। ਭਾਈ ਬੱਗੇ ਜੀ ਪਹਿਲਾ ਕਮੈਂਟ ਹੈਗਾ ਜਨਾਬ ਸਾਡੇ ਕੋਲ ਕਿ ਬਲਾਲ ਅਮੀਨ ਸਾਹਿਬ, ਠੀਕ ਹੈ ਨਾ। ਉਹਨਾਂ ਨੇ ਕਿਹਾ ਕਿ ਨਾ ਬਹੁਤ ਅੱਛੀ ਵੀਡੀਓ ਹੁੰਦੀ ਹੈ ਤੁਹਾਡੀ, ਇਨਫੋਰਮੇਸ਼ਨ ਵਾਲੀ ਵੀਡੀਓ ਹੁੰਦੀ ਹੈ, ਤੁਸੀਂ ਮਾਲੂਮਾਤ ਅੱਛੀ ਦਿੰਦੇ ਹੋ। ਤੇ ਉਹਨਾਂ ਨੇ ਦੱਸਿਆ ਕਿ ਜਨਾਬ ਮੇਰਾ ਜਿਹੜਾ ਮੁਰਗੀ ਹੈ ਨਾ ਜਦੋਂ ਆਂਡਾ ਦਿੰਦੀ ਹੈ ਨਾ ਤੇ ਫਸ ਜਾਂਦਾ ਆਂਡਾ, ਜ਼ੋਰ ਜ਼ਿਆਦਾ ਲੱਗਦਾ, ਠੀਕ ਹੈ ਨਾ। ਤੇ ਮੈਂ 13 ਫੀਡ ਜਿਹੜੀ ਹੈ ਨਾ ਉਹ ਵੀ ਇਸਤੇਮਾਲ ਕਰਨਾ ਪਿਆ ਵਾ ਖੁਰਾਕ ਤੇ ਉਹਨੂੰ ਇਸਤੇਮਾਲ ਤਾਂ ਹੁਣੇ 13 ਨੰਬਰ ਠੀਕ ਹੈ। ਹਾਂ, ਤੇ ਉਹਦੇ ਇਸ ਤਰ੍ਹਾਂ ਕਰੇ ਕਿ 1 ਫੀਡ ਦਾ ਤੋੜਾ ਲੈ ਕੇ ਨਾ ਉਹਦੇ ਵਿੱਚ ਚਲੋ ਬਹੁਤਾ ਨਹੀਂ ਤੇ 1 ਕਿਲੋ ਦੁੱਧ ਲੈ ਕੇ ਨਾ ਤੇ ਉਹਨੂੰ ਗਰਮ ਕਰਕੇ ਉਹਦੀ ਮਲਾਈ ਲਾ ਕੇ ਉਹਦੇ ਵਿੱਚ ਨਾ ਮਿਲਾ ਕੇ ਨਾ ਤੇ ਇੱਕ ਤੇ ਉਹ ਉਹਨੂੰ ਦੇਵੇ, ਉਹ 'ਚ ਥੋੜੀ ਜਿਹੀ ਤਾਕਤ ਰਹੇਗੀ। ਇੱਕ ਵਟਾਮਨ ਉਹਨੇ ਚਲਾ ਤੇ ਨਾ, ਠੀਕ ਆ, ਨਹੀਂ ਤੇ ਵਟਾਮਨ ਉਹਨੂੰ ਜ਼ਰੂਰੀ ਹੈ ਚਲਾ ਦੇ, ਠੀਕ ਆ।
ਅਗਰ ਵਟਾਮਨ ਨਹੀਂ ਚਲਾ ਸਕਦੇ ਦੁੱਧ ਫਿਰ ਇੱਕ ਫੀਡ ਦੀ ਬੋਰੀ ਦਾ ਪਾਈ ਜਾਵੇ ਤੇ ਇਨਸ਼ਾਅੱਲਾ ਇੱਕ ਨੂੰ ਲਸੋਟਾ ਵੈਕਸੀਨ ਕਰ ਦੇਵੇ ਠੀਕ ਹੈ ਤੇ ਇਨਸ਼ਾਅੱਲਾ ਜਿਹੜੀ ਉਹਦੀ ਕਮੀਆਂ ਜਿਹੜੀ ਸਮਝੋ ਕਿ ਤੂੰ ਮੁਰਗੀ ਉਹਦੀ ਆਂਡਾ ਦੇ ਦੇ ਕੇ ਕਮਜ਼ੋਰ ਹੋ ਗਈ ਦੀ ਆ ਅੱਛਾ ਤੇ ਕਮਜ਼ੋਰ ਹੋਣ ਨਾਲ ਜਿਸਮ ਉਹਦਾ ਭਾਵੇਂ ਮੋਟਾ ਹੀ ਹੋਵੇਗਾ ਫੁੱਲ ਫਲਾਟ ਲੇਕਿਨ ਉਹਦੇ ਅੰਦਰ ਹੀ ਯਾਰ ਉਹ ਸਮਝ ਨਾ ਆਂਡੇ ਦੇ ਦੇ ਕੇ ਜਾਂ ਜਿਸ ਤਰ੍ਹਾਂ ਵੀ ਆ ਉਹਦੀ ਤਾਕਤ ਖਤਮ ਹੋ ਗਈ ਦੀ ਆ ਖਤਮ ਹੋ ਗਈ ਠੀਕ ਹੈ ਤੇ ਫਿਰ ਉਹਨੇ ਕਿਲਣਾ ਹੀ ਆ ਫਿਰ ਮਾੜੀ ਜਾਣ ਹੋਈ ਤੇ ਫਿਰ ਕਿਲਣਾ ਹੀ ਆ ਉਹਨੇ ਲੇਕਿਨ ਉਹਨੂੰ ਇਹ ਕਿ ਵਟਾਮਨ ਚਲਾਵੇ ਤੇ ਵਟਾਮਨ ਦੇ ਨਾਲ ਨਾਲ ਜਦੋਂ ਕੋਈ ਵਟਾਮਨ ਲਏਗਾ ਉਹਨੂੰ ਪੁੱਛੇ ਕਿ ਡੱਬੇ 'ਚ ਕਿੰਨੇ ਪਾਣੇ ਆ ਤੇ ਇੱਕ ਡੱਬੇ 'ਚ ਤਕਰੀਬਨ 5 ਗ੍ਰਾਮ ਪੈਂਦੇ ਆ ਅੱਛਾ ਤੇ 5 ਗ੍ਰਾਮ ਵਟਾਮਨ ਪਾਈ ਜਾਏ ਡੱਬੇ ਵਿੱਚ ਪਾਣੀ ਦੇ ਇੱਕ ਡੱਬੇ 'ਚ ਇੱਕ ਡੱਬੇ 'ਚ ਤੇ ਅਲਹਮਦੁਲਿਲਾ ਯਾਰ ਨੇ ਚੂਚਾ ਉਹਦਾ ਅੱਲਾ ਖੈਰ ਕੀਤੀ ਹੈ ਨਾ ਉਹ ਮੁਰਗੀ ਬਿਲਕੁਲ ਆਂਡਾ ਸਹੀ ਦੇਵੇਗੀ ਠੀਕ ਹੈ ਕਿਉਂਕਿ ਉਹਦੀ ਤਾਕਤ ਬਰਕਰਾਰ ਹੋਏਗੀ ਇੱਕ ਫੀਡ ਦੇ ਵਿੱਚ ਜਿਹੜਾ ਵਟਾਮਨ ਨਹੀਂ ਪਾ ਸਕਦਾ ਤੇ ਇੱਕ ਬੋਰੀ ਵਿੱਚ 2 ਕਿਲੋ ਦੁੱਧ ਪਾ ਕੇ ਨਾ ਜੇ ਵਟਾਮਨ ਯੂਜ਼ ਕਰਨੇ ਨੇ ਨਾਲ ਉਹਨੇ ਤੇ ਫਿਰ 1 ਕਿਲੋ 1 ਕਿਲੋ ਫੀਡ ਬੋਰੀ 'ਚ ਪਾ ਲਓ ਹਾਂ ਤੇ ਜੇ ਨਹੀਂ ਕਰ ਸਕਦਾ ਤੇ ਫਿਰ ਤਾਕਤ ਜਿਹੜੀ ਡਬਲ ਹੋ ਜਾਏਗੀ ਠੀਕ ਹੈ ਤੇ ਫਿਰ ਉਹ ਅੰਦਰ ਜੇ ਉਹ ਚੈੱਕ ਨਹੀਂ ਚਨਾਹਟ ਜਿਹੜੀ ਉਹਨੂੰ ਸੈੱਟ ਹੋ ਜਾਏਗੀ ਲੇਕਿਨ ਉਹ ਆਂਡਾ ਦੇਵੇਗੀ ਅਗਰ ਇਹ ਵੱਧ ਅਸੀਂ ਕਰਦੇ ਤਾਂ ਫਿਰ ਤੁਹਾਡਾ ਉਹ ਤੇਜ਼ ਸੁਝੇਗੀ ਭੰਨ ਦੇਗੀ ਲੇਕਿਨ ਉਹਦੀ ਤਾਕਤ ਜਿਹੜੀ ਬਰਕਰਾਰ ਰਹੇਗੀ ਇਨਸ਼ਾਅੱਲਾ ਤਾਂ ਆਂਡਾ ਬਿਲਕੁਲ ਸਹੀ ਦੇਗੀ ਜਦੋਂ ਦੋਸਤੋ ਭਾਈ ਜਾਨ ਭਾਈ ਬਗੇ ਹੋਣੇ ਜਨਾਬ ਬਹੁਤ ਜ਼ਬਰਦਸਤ ਮਸ਼ਵਰਾ ਦਿੱਤਾ ਤੁਹਾਨੂੰ ਕਿ ਜਨਾਬ ਅਗਰ ਤੁਹਾਡੀ ਮੁਰਗੀ ਆਂਡਾ ਦੇਣ ਲੱਗਿਆ ਮਤਲਬ ਕਿ ਜ਼ਿਆਦਾ ਜ਼ੋਰ ਲਗਾਉਂਦੀ ਆ ਆਂਡਾ ਜਲਦੀ ਨਹੀਂ ਆਂਦਾ ਬਾਹਰ ਤੇ ਫਿਰ ਤੁਸੀਂ ਇਸ ਤਰ੍ਹਾਂ ਕਰਨਾ ਕਿ ਉਹਨੂੰ ਕਮਜ਼ੋਰੀ ਆ ਉਹਨੂੰ ਅੰਦਰੂਨੀ ਕਮਜ਼ੋਰੀ ਹੈਗੀ ਆ ਤੁਸੀਂ ਜਨਾਬ ਜਿਹੜੀ ਖੁਰਾਕ ਇਸਤੇਮਾਲ ਕਰਦੇ ਹੋ 13-20 ਹੀ ਖੁਰਾਕ ਇਸਤੇਮਾਲ ਕਰਨੀ ਆ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵਿਟਾਮਿਨ ਵੀ ਯੂਜ਼ ਕਰੋ ਅਗਰ ਠੀਕ ਹੈ ਜੀ ਵਿਟਾਮਿਨ ਯੂਜ਼ ਕਰੋ ਤੇ 1 ਕਿਲੋ ਦੁੱਧ ਲੈ ਕੇ ਨਾ ਉਹਨੂੰ ਗਰਮ ਕਰਕੇ ਉਹਦੇ ਉੱਤੇ ਜਿਹੜੀ ਮਲਾਈ ਹੁੰਦੀ ਹੈ ਉਹ ਲਾ ਕੇ ਸਾਈਡ ਤੇ ਸੁੱਟ ਦੇਣੀ ਆ ਔਰ ਉਹ ਦੁੱਧ ਨੂੰ ਖੁਰਾਕ ਥੱਲੇ ਜ਼ਮੀਨ 'ਚ ਰੱਖ ਕੇ ਕਿਸੇ ਚੀਜ਼ ਤੇ ਪਾ ਕੇ ਉਹ ਖੁਰਾਕ ਦੇ ਵਿੱਚ ਪੂਰੀ ਇੱਕ ਬੋਰੀ ਦੇ ਵਿੱਚ ਦੁੱਧ ਇੱਕ ਬੋਰੀ ਦੇ ਵਿੱਚ 1 ਕਿਲੋ ਦੁੱਧ ਤੁਸੀਂ ਸੁੱਟ ਕੇ ਤੇ ਉਹਨੂੰ ਮਿਕਸ ਕਰਕੇ ਤੇ ਫਿਰ ਉਹਨੂੰ ਲੈ ਕੇ ਪਾਓ ਤੇ ਦੂਸਰਾ ਫਿਰ ਵਿਟਾਮਿਨ ਮਿਲਾਣਾ ਸ਼ੁਰੂ ਕਰੋ ਅਗਰ ਵਿਟਾਮਿਨ ਤੁਸੀਂ ਨਹੀਂ ਸ਼ੁਰੂ ਕਰਨੇ ਤੇ ਫਿਰ ਇੱਕ ਬੋਰੀ ਦੇ ਵਿੱਚ 2 ਕਿਲੋ ਦੁੱਧ ਗਰਮ ਕਰਕੇ ਮਲਾਈ ਲਾ ਕੇ ਉਹ ਪਾ ਕੇ ਮਿਕਸ ਕਰਕੇ ਨਾ ਤੇ ਫਿਰ ਤੁਸੀਂ ਉਹਨੂੰ ਯੂਜ਼ ਕਰੋ ਤੇ ਅੱਲਾ ਦੇ ਕਰਮੋਂ ਫਜ਼ਲ ਨਾਲ ਤੁਹਾਡੀ ਮੁਰਗੀ ਜਿਹੜੀ ਆ ਨਾ ਉਹ ਆਂਡਾ ਬਿਹਤਰੀਨ ਦੇਣਾ ਸ਼ੁਰੂ ਕਰ ਦੇਗੀ ਤੇ ਉਹਨੂੰ 100 ਗ੍ਰਾਮ ਸਿਰਫ ਫੀਡ ਪਾਇਆ ਕਰੋ ਰਾਤ ਦਿਨ ਦੇ ਵਿੱਚ ਵਾਧੇ ਫੀਡ ਨਾ ਪਾਇਆ ਕਰੋ ਠੀਕ ਹੈ ਤਾਂ ਕਿ 50 ਗ੍ਰਾਮ ਇੱਕ ਟਾਈਮ ਦੀ 50 ਗ੍ਰਾਮ ਇੱਕ ਟਾਈਮ ਦੀ ਫੀਡ ਵੀ ਪਾਣੀ ਫੀਡ ਜ਼ਿਆਦਾ ਇਸਤੇਮਾਲ ਨਹੀਂ ਕਰਨੀ ਇਸ ਵਜ੍ਹਾ ਉਹ ਚਰਬੀ ਬਣਦੀ ਹੈ ਘੱਟ ਵੀ ਨਹੀਂ ਪਾਣੀ ਘੱਟ ਵੀ ਨਹੀਂ ਪਾਣੀ ਤੇ ਕਮ ਸੇ ਕਮ ਅੰਦਾਜ਼ਾ ਵੀ ਨਹੀਂ ਲਾਣਾ ਤੁਸੀਂ ਮਿਣ ਕੇ ਪਾਣੀ ਹੈ ਜਿੰਨੀ ਮੁਰਗੀ ਹੈ ਨਾ ਉਸ ਹਿਸਾਬ ਨਾਲ ਉਹਨੂੰ ਸਮਝ ਹੀ ਪਾਣੀ ਹੈ ਹਾਂ ਅਗਰ 100 ਮੁਰਗੀ ਹੈ ਤੇ 100 ਹਿਸਾਬ ਨਾਲ ਇੱਕ ਮੁਰਗੀ ਨੂੰ 100 ਗ੍ਰਾਮ 50 ਗ੍ਰਾਮ ਸੁਬਾ ਨੂੰ 100 ਮੁਰਗੀਆਂ ਤੇ ਉਹਨੂੰ 10 ਕਿਲੋ ਪਾਓ 10 ਕਿਲੋ ਸੁਬਾ ਇੱਕ ਟਾਈਮ 5 ਕਿਲੋ ਇੱਕ ਟਾਈਮ 10 ਯਾਨੀ ਇੱਕ ਦਿਨ ਚ 10 ਕਿਲੋ ਅਗਰ 100 ਮੁਰਗੀ ਹੈ ਤੇ 5 ਕਿਲੋ ਸੁਬਾ ਨੂੰ ਮਿਣ ਕੇ ਉਹਦੇ ਹਿਸਾਬ ਨਾਲ ਜਿੰਨੀ ਉਹਦੀ ਬਣਦੀ ਹੈ ਉਸ ਹਿਸਾਬ ਨੂੰ ਪਾਈ ਆ ਤਾਂ ਇਨਸ਼ਾਅੱਲਾ ਪਾਈ ਜਾਵੇ ਤੇ ਸਿਰਫ 2 ਟਾਈਮ ਉਹਨੂੰ ਖੁਰਾਕ ਦੇਣੀ ਆ ਖੁਰਾਕ 2 ਟਾਈਮ ਸੁਬਾ ਨੂੰ ਤੇ ਸ਼ਾਮ ਬਿਲਕੁਲ ਕਿਉਂਕਿ ਮੁਰਗੀ ਖਰਾਬ ਨਹੀਂ ਕਰਨੀ ਉਹਦੇ ਕਰਕੇ ਸਾਡਾ ਖੁਰਾਕ ਨਹੀਂ ਰੱਖਣੀ ਤਾਂ ਕਿ ਖੁਰਾਕ ਖਾਣਾ ਮੁਰਗੀ ਮੂੰਹ ਮੋੜ ਜਾਏਗੀ ਉਹ ਅੰਦਰ ਕੋਈ ਹੋਰ ਕੰਮ ਮਸਲਾ ਬਣੇਗਾ ਠੀਕ ਹੋ ਗਿਆ ਉਹਨੂੰ ਸਵੇਰ ਪਾਣੀ ਕੋ 2 ਘੰਟੇ ਪਿਛਲੇ ਟਾਈਮ 2 ਘੰਟੇ ਪਾਸ਼ਾ ਨਹੀਂ ਭਾਈ ਬਾਕੀ ਜੀ ਦੂਸਰਾ ਕਮੈਂਟ ਹੈਗਾ ਸਾਡਾ ਜਨਾਬ ਕਿ ਭਾਈ ਹੁਣੀ ਕਹਿੰਦੇ ਨੇ ਅਸਲਾਮ ਅਲੈਕੁਮ ਬ੍ਰਦਰ ਉਹਨਾਂ ਨੇ ਕਿਹਾ ਜਨਾਬ ਕਿਹੜੀ ਫੀਡ ਤੁਸੀਂ ਇਸਤੇਮਾਲ ਕਰਦੇ ਹੋ ਕਿਸ ਨੰਬਰ ਦੀ ਫੀਡ ਇਸਤੇਮਾਲ ਕਰਦੇ ਹੋ ਠੀਕ ਹੈ ਜੀ ਪਹਿਲੇ ਹਫਤੇ ਦੂਸਰੇ ਹਫਤੇ ਤੀਸਰੇ ਹਫਤੇ ਪਹਿਲੇ ਹਫਤੇ ਨਾ 15 ਦਿਨ ਤੱਕ ਫੀਡ ਬਰੀਕ ਹੀ ਇਸਤੇਮਾਲ ਕਰਨੀ ਆ ਅੱਛਾ ਬਰੀਕ ਜਿਹੜੀ ਮਰਜ਼ੀ ਕੰਪਨੀ ਦੀ ਹੋ ਜਾਏ ਬਰੀਕ ਦਾ ਕੀ ਨਾਮ ਆ ਅਗਰ ਇਹੋ 13-20 13-20 ਤੇ 13-20 ਨੂੰ ਇਸ ਤਰ੍ਹਾਂ ਕਰਨਾ ਇੱਕ 13-20 ਆਂਡੇ ਵਾਲੀ ਵੀ ਹੁੰਦੀ ਹੈ ਇੱਕ ਦੂਸਰੀ ਵੀ ਹੁੰਦੀ ਆ ਹਾਂ ਲੇਕਿਨ ਤੁਸੀਂ ਇਹਨੂੰ ਪਾਣੀ ਆ ਬਰੀਕ ਫੀਡ 13-20 ਆਂਡੇ ਵਾਲੀ ਦੂਸਰੀ ਪਾਣੀ ਆ ਤੇ ਬਰੀਕ ਫੀਡ ਦਾ ਮਸਲਾ ਅਗਰ ਤੁਹਾਨੂੰ ਨਾ ਮਿਲੇ ਤਾਂ ਫਿਰ ਮੋਟੀ ਫੀਡ ਲੈ ਕੇ ਥੋੜੀ ਕੁੱਟ ਲੈਣੀ ਆ ਉਹਨੂੰ ਥੋੜੀ ਜਿਹੀ ਪਾ ਕੇ 2 ਮਿੰਟ ਮੂੰਗਲਾ ਫੇਰ ਲੈਣਾ ਜਰਾ ਡੰਡਾ ਅੱਛਾ ਤੇ ਤਾਂ ਜਿਹਦੀ ਵਜ੍ਹਾ ਤੋਂ ਬਰੀਕ ਹੋ ਜਾਏ ਇੱਕ ਹੋਰ ਭਾਈ ਜਾਨ ਇੱਕ ਹੋਰ ਸਹੂਲਤ ਭਾਈ ਬੱਗਾ ਜੀ ਨੇ ਦੱਸ ਦਿੱਤੀ ਹੈ ਸਾਨੂੰ ਕਿ ਅਗਰ ਤੁਹਾਨੂੰ 13-20 ਨਹੀਂ ਨਾ ਮਿਲਦੀ ਕੋਈ 13-20 ਹੁੰਦੀ ਹੈ ਬਰੀਕ ਅਗਰ ਤੁਹਾਨੂੰ 13-20 ਨਹੀਂ ਮਿਲਦੀ ਤਾਂ ਤੁਸੀਂ 14-20 ਲੈ ਕੇ ਤੇ ਉਹਨੂੰ ਥੋੜਾ ਕੁੱਟ ਲੈਣਾ ਜੀ ਕੁੱਟ ਲੋ ਕਰਾ 2 ਮਿੰਟ ਦਾ ਕੰਮ ਹੁੰਦਾ ਸਿਰਫ ਠੀਕ ਹੈ 2 ਮਿੰਟ ਉਹਨੂੰ ਕੁੱਟ ਲਓ 5-5 ਕਿਲੋ ਪਾ ਕੇ ਠੀਕ ਹੈ ਤੇ ਪਾਈ ਜਾਓ ਕੋਈ ਟੈਨਸ਼ਨ ਨਹੀਂ ਵੇਲੇ ਬੰਦੇ ਲਾਗੇ ਬਹਿਣਾ ਇੱਥੇ ਹੈ ਨਾ ਠੀਕ ਹੋ ਗਿਆ ਕੁੱਟਣ ਲੱਗਾ ਕਿੰਨੀ ਕੁ ਦੇਰ ਲੱਗਦੀ ਹੈ ਪਹਿਲੇ ਹਫਤਾ ਜਿਹੜਾ ਹੈ ਨਾ ਉਹ ਅਸੀਂ ਬਰੀਕ ਇਸਤੇਮਾਲ ਕਰਨੀ ਹੈ ਇੱਕ ਹਫਤਾ ਤੁਸੀਂ ਬਰੀਕ ਪਾ ਲਓ ਦੂਸਰੇ ਹਫਤੇ ਜਾਨੀ ਕਿ ਮੋਟੀ ਗੱਲ ਕੋਈ ਐਸਾ ਉਹ ਫਿਰ ਮੋਟੀ ਖਾਣ ਦਾ ਪੈਂਦਾ ਤੇ ਇਸ ਵਾਸਤੇ ਕਿ ਬਹੁਤੀ ਮੋਟੀ ਫੀਡ ਨਹੀਂ ਲੇਕਿਨ ਜਿਹੜੀ ਅੱਜ ਕੱਲ 14-20 ਆ ਰਹੀ ਵੀ ਬਰੀਕ ਹੀ ਆ ਰਹੀ ਹੈ ਏਡੀ ਮੋਟੀ ਵੀ ਨਹੀਂ ਆ ਰਹੀ ਕਿਉਂਕਿ ਮੌਸਮ ਦੇ ਵਕਤ ਦੇ ਹਿਸਾਬ ਤੇ ਜਿਹੜਾ ਪਿੱਛੋਂ ਵੈਸੇ ਹੀ ਉਸ ਤੋਂ ਬਾਅਦ ਫਿਰ 60 ਦਿਨ ਤੱਕ ਉਹ 14-20 ਚੱਲਣੀ ਹੈ ਹਾਂ ਫਿਰ 60 ਦਿਨ ਤੱਕ 14-20 ਚੱਲਣੀ ਹੈ ਭਾਈ ਜਾਨ ਗੱਲ ਭਾਈ ਹੁਣੀ ਦੱਸਦੇ ਨੇ ਕਿ ਜਨਾਬ ਪਹਿਲੇ ਹਫਤਾ ਜਿਹੜਾ ਨਾ ਪਹਿਲੇ 6-7 ਦਿਨ ਜਿਹੜੇ ਉਹ ਤੁਸੀਂ 14-20 ਇਹ 13-20 ਇਸਤੇਮਾਲ ਕਰਨੀ ਹੈ ਬਰੀਕ ਕਰਨੀ ਹੈ ਅਗਰ ਬਰੀਕ ਤੁਹਾਨੂੰ ਨਾ ਮਿਲੇ ਠੀਕ ਆ ਕਿਸੇ ਵੇਲੇ ਸ਼ਾਰਟ ਹੁੰਦੀ ਹੈ ਨਹੀਂ ਮਿਲਦੀ ਹੈਗੀ ਤਾਂ ਤੁਸੀਂ ਇਹ ਨਾ ਕਹਿਣਾ ਕਿ ਮਿਲੀ ਨਹੀਂ ਤਾਂ ਹੁਣ ਕੀ ਕਰੀਏ ਫਿਰ ਤੁਸੀਂ ਇਹ ਕਰਨਾ ਕਿ ਜਨਾਬ ਮੋਟੀ ਲੈ ਜਿਹੜੀ ਨਾ ਤੁਹਾਡੀ 14-20 ਉਹਨੂੰ ਤੁਸੀਂ ਮੁੰਗਲਾ ਫੇਰ ਲੈਣਾ ਯਾਨੀ ਕਿ ਬਰੀਕ ਕਰ ਲੈਣੀ ਥੋੜੀ ਕੁੱਟ ਕੇ ਤੇ ਉਹ ਪਾ ਲੈਣੀ ਜੇ ਉੱਤੇ ਗੁਜ਼ਾਰਾ ਹੋ ਸਕਦਾ ਫਿਰ ਅੱਗੇ ਉਸ ਤੋਂ ਬਾਅਦ ਦੂਸਰੇ ਹਫਤੇ ਤੋਂ ਸ਼ੁਰੂ ਕਰ ਦੇਣੀ ਐਂਡ ਤੱਕ 60 ਦਿਨਾਂ ਤੱਕ ਤੁਸੀਂ 14-20 ਹੀ ਇਸਤੇਮਾਲ ਕਰਨੀ ਹੈ ਤੇ ਫੀਡ ਤੁਸੀਂ ਉਹ ਦੁਕਾਨ ਤੋਂ ਲੈਣੀ ਆ ਕਿ ਜਿਹੜੀ ਵੇਖੋ ਰੀਜਨਲ ਸਮਝ ਦੁਕਾਨ ਹੈ ਇੱਕ ਲੋਕਲ ਦੁਕਾਨ ਹੁੰਦੀ ਉਹ ਤੋਂ ਵੰਡਾ ਹਰ ਕਿਸਮ ਦੀ ਚੀਜ਼ਾਂ ਮਿਲਦੀਆਂ ਨੇ ਉਹ ਤੋਂ ਫੀਡ ਮਿਲੇਗੀ ਤੁਹਾਨੂੰ ਬੋਰੀ 2-400 ਰੁਪਏ ਰਿਆਤ ਲੇਕਿਨ ਉਹ ਹਲਕੀ ਲੋਕਲ ਹੁੰਦੀ ਆ ਤੇ ਲੋਕਲ ਨਹੀਂ ਤੁਸੀਂ ਲੈਣੀ ਇਸ ਵਾਸਤੇ ਲੋਕਲ
ਲੋਕਲ ਫੀਡ ਜਿਹੜੀ ਹੈ ਨਾ ਚੂਚੇ ਦਾ ਬਣਾਇਆ ਦਾ ਵਜ਼ਨ ਨਹੀਂ ਬੈਕ ਕਰ ਦੇਗੀ, ਠੀਕ ਹੈ ਚੂਚਾ ਬਿਮਾਰ ਕਰ ਦੇਗੀ। ਠੀਕ ਹੈ ਤੇ ਲੋਕਲ ਫੀਡ ਜਿਹੜੀ ਆ ਹਰਗਜ਼ ਨਹੀਂ ਪਾਣੀ। ਲੋਕਲ ਫੀਡ ਬਹੁਤ ਜ਼ਿਆਦਾ ਇਸਤੇਮਾਲ ਹੁੰਦੀਆਂ ਪਈਆਂ ਨੇ। ਇੱਕ ਤੁਸੀਂ ਉੱਥੋਂ ਫੀਡ ਲੈਣੀ ਆ ਕਿ ਭਾਵੇਂ ਤੁਹਾਨੂੰ ਕੋਈ 2-4 ਕਿਲੋਮੀਟਰ ਦੂਰ ਜਾਣਾ ਪਵੇ, ਠੀਕ ਹੈ ਉੱਥੋਂ ਫੀਡ ਲੈਣੀ ਆ ਕਿ ਜਿੱਥੋਂ ਬਲੈਲਰ ਦੀ ਫੀਡ ਮਿਲਦੀ ਆ ਤੇ ਬਲੈਲਰ ਵਾਲੇ ਕੋਲ ਜਾਣਾ ਵਾ ਕਿ ਆ ਫੀਡ ਦੇ ਤੇ ਉਹ ਫਿਰ ਫੀਡ ਤੁਹਾਨੂੰ ਚੰਗੀ ਦੇ ਕੋ ਮਾੜੀ ਫੀਡ ਰੱਖੇਗਾ ਤੇ ਲੋਕਲ ਫੀਡ ਨਹੀਂ ਲੈਣੀ। ਲੋਕਲ ਆਮ ਬਾਜ਼ਾਰਾਂ ਵਿੱਚੋਂ ਆਮ ਜਗ੍ਹਾ ਤੇ ਮਿਲ ਜਾਂਦੀ ਆ ਲੇਕਿਨ ਉਹ ਲੋਕਲ ਹੁੰਦੀ ਜੇ ਤੇ ਲੋਕਲ ਜਿਹੜੀ ਹੁੰਦੀ ਕੋਈ ਜਿਹੜੇ 2-3 ਦਾ ਨਾਮ ਤੋੜਾ ਉੱਤੇ ਮਲਤਾਨ ਫੀਡ ਹਰ ਕਿਤੇ ਚੰਗਾ ਲਾਇਆ ਹੁੰਦਾ ਉਹਨਾਂ ਨੇ, ਲੇਕਿਨ ਵਿੱਚੋਂ ਜਿਹੜੀ ਫੀਡ ਹਲਕੀ ਹੁੰਦੀ ਆ। ਅੱਛਾ ਜੀ। ਆਹੋ ਤੇ 3000 ਰੁਪਏ ਦਾ ਰੇਟ ਦਾ ਫਰਕ ਹੁੰਦਾ, ਲੇਕਿਨ ਉਹਨਾਂ ਤੁਹਾਨੂੰ 500 ਤੇ 200-400 ਰੁਪਏ ਰਿਆਤ ਦੇਣੀ ਆ। ਉਹਨਾਂ ਨੂੰ 2-400 2500-3000 ਦਾ ਉਹ ਫਰਕ ਹੁੰਦਾ ਪਿੱਛੋਂ। ਉਹਨਾਂ ਤੋੜਾ ਆਪਣੇ ਨਾਂ ਦਾ ਲਵਾਇਆ ਹੁੰਦਾ ਵਾ, ਉਹਨਾਂ ਬੁੱਕ ਕਰਕੇ 50 ਬੁਰੀਆਂ ਸਾਡੀ ਫੀਡ ਬੁੱਕ ਕਰਦੇ ਲੇਕਿਨ ਉਹਨਾਂ ਨੇ ਆਪਣੀ ਮਰਜ਼ੀ ਦਾ ਮਟੀਰੀਅਲ ਪਵਾਇਆ ਹੁੰਦਾ, ਹਲਕਾ ਹੁੰਦਾ। ਠੀਕ ਹੈ। ਤੇ ਲੇਕਿਨ ਉਹ ਤੋਲੇ ਦੇ ਹਿਸਾਬ ਨਾਲ ਅਸੀਂ ਕਹਿੰਦੇ ਕਿ ਫੀਡ ਉਹੀ ਹੈ ਚੰਗੀ ਹੈ, ਲੇਕਿਨ ਨਹੀਂ ਉਹ ਹਲਕੀ ਫੀਡ ਹੁੰਦੀ ਹੈ। ਲੇਕਿਨ ਉੱਥੋਂ ਫੀਡ ਤੁਸੀਂ ਲਓ ਚੰਗੀ ਦੁਕਾਨ ਤੋਂ, ਜਿਸ ਤਰ੍ਹਾਂ ਸਮਝ ਕੇ ਬਲਾਡੇ ਦੀ ਫੀਡ ਰੋਜ਼ ਰੋਜ਼ਾਨਾ ਗੱਡੀ ਲੈਂਦੀ ਹੈ ਜਾਂ ਗੱਡੀ ਲੈਂਦੀ ਆ, ਉੱਥੋਂ ਲਓ। ਜੇ ਦੋਸਤੋ ਖੁਰਾਕ ਖਰੀਦਣ ਲੱਗੇ ਥੋੜੀ ਇhtiyat ਕਰਨੀ, ਜੇ ਉਹਨਾਂ ਨੇ ਭਾਈ ਉਹਨੇ ਕਿਹਾ ਓਰੀਜਨਲ ਖੁਰਾਕ ਚਾਹੀਦੀ ਲੈਣੀ ਆ, ਠੀਕ ਹੈ ਨਾ, ਵਜ਼ਨ ਦੇ 2 ਨੰਬਰ ਖੁਰਾਕ ਨਹੀਂ ਲੈਣੀ ਹੈਗੀ, ਕਿਉਂਕਿ ਖੁਰਾਕ ਦੇ ਸਿਰ ਤੇ ਚੂਜੇ ਨੇ ਰਹਿਣਾ, ਖੁਰਾਕ ਦੇ ਸਿਰ ਤੇ ਚੂਜੇ ਨੇ ਵਜ਼ਨ ਕਰਨਾ। ਕਿਉਂਕਿ ਚੂਚਾ ਜਦੋਂ ਤੁਹਾਡਾ ਹੋਣਾ ਨਾ ਮਹੀਨੇ ਤੱਕ ਜਾਂ 40 ਦਿਨ ਤੱਕ ਹੋਣਾ, ਉਹਨੇ ਇੱਕ ਫੀ ਬੋਰੀਆਂ ਤੁਹਾਨੂੰ 25 ਕਿਲੋ ਵਜ਼ਨ ਦੇਣਾ। ਠੀਕ ਹੈ। ਲੇਕਿਨ ਜਦੋਂ ਸਮਝ ਜੀ 50 ਦਿਨ 60 ਦਿਨ ਤੋਂ ਉੱਤੇ ਹੋ ਜਾਏਗੀ ਤੇ ਉਹਨੇ ਥੋੜਾ ਵਜ਼ਨ ਘਟਾਈ ਜਾਣਾ ਤੁਹਾਡਾ। ਫਿਰ ਉਹਨੇ 18 ਕਿਲੋ 16 ਕਿਲੋ ਅੱਜ ਉਹਨੇ 14 ਕਿਲੋ ਦੇ ਆ ਗਿਆ, 12 ਕਿਲੋ ਦਾ ਆ ਕੇ ਬ੍ਰੇਕ ਮਾਰਨੀ। ਠੀਕ ਹੈ। ਅਗਰ 12 ਕਿਲੋ ਦਾ ਵੀ ਆ ਕੇ ਬ੍ਰੇਕ ਮਾਰ ਲਏ ਤੇ ਅਲਹਮਦੁਲਿਲਾ ਉਦੋਂ ਚੂਚਾ ਦਾ 1.5-2 ਕਿਲੋ ਦਾ ਹੋ ਜਾਂਦਾ ਤੇ ਲੇਕਿਨ ਫੇਰ ਵੀ ਨੁਕਸਾਨ ਕੋਈ ਨਹੀਂ। ਲੇਕਿਨ ਜਿਹੜਾ ਪਹਿਲੇ ਉਹਨੇ ਵਜ਼ਨ ਦਿੱਤਾ ਹੁੰਦਾ ਨਾ ਬੋਰੀਆਂ ਨੇ, ਉਹੀ ਫਾਇਦਾ ਦੇ ਜੀ ਦੋਸਤੋ। ਪਹਿਲੇ ਥੋੜੀ ਤੁਸੀਂ ਰਕਮ ਖਿਲਾਰਨੀ ਹੈ ਕਾਰੋਬਾਰ 'ਚ, ਫਿਰ ਤੁਹਾਨੂੰ ਇਕੱਠੀ ਰਕਮ ਮਿਲ ਜਾਣੀ ਇਸ ਤਰ੍ਹਾਂ ਹੀ। ਜਦੋਂ ਭਾਈ ਜਾਨ ਪਹਿਲੇ ਹਫਤੇ ਜਨਾਬ 13 ਵੀ, ਉਸ ਤੋਂ ਬਾਅਦ ਜਨਾਬ 60 ਦਿਨ ਤੱਕ 14 ਵੀ ਤੁਸੀਂ ਇਸਤੇਮਾਲ ਕਰਨੀ। ਤੀਸਰਾ ਕਮੈਂਟ ਭਾਈ ਬੱਗਾ ਜੀ ਹੈਗਾ ਜੇ, ਭਾਈ ਉਹਨੇ ਕਹਿੰਦੇ ਨੇ ਕਿ ਮੇਰੇ ਕੋਲ ਮੁਰਗੀਆਂ ਨੇ ਆਂਡੇ ਵਾਲੀਆਂ। ਠੀਕ ਹੈ। ਸਰਦੀਆਂ 'ਚ ਮੇਰਾ ਆਂਡਾ ਜਲਦੀ ਵਿਕ ਜਾਂਦਾ, ਛੇਤੀ ਵਿਕ ਜਾਂਦਾ, ਸਹੀ ਰੇਟ ਨਾਲ ਵਿਕ ਜਾਂਦਾ। ਗਰਮੀਆਂ 'ਚ ਮੈਨੂੰ ਵੇਚਣ ਦੀ ਪਰੇਸ਼ਾਨੀ ਆ, ਉਹਨੂੰ ਥੋੜਾ ਜਿਹਾ ਦੱਸੋ। ਗਰਮੀਆਂ ਦੇ ਵਿੱਚ ਉਹਨੂੰ ਇਸ ਤਰ੍ਹਾਂ ਕਰੇ ਕਿ ਜਿੱਥੇ ਬਲੈਲਰ ਆਂਡਾ ਵਿਕਦਾ ਦੁਕਾਨਾਂ ਦੇ, ਉਸੇ ਦੁਕਾਨਾਂ ਨਾਲ ਰਾਬਤਾ ਕਰ ਲਵੇ। ਅੱਛਾ। ਉਹਨਾਂ ਨੂੰ ਕਹੇ ਕਿ ਜੋ ਉਸ ਰੇਟ ਤੁਸੀਂ ਬਲੈਲਰ ਦਾ ਪੇਟੀ ਲੈਣ ਦੇ ਨਾ, ਉਸ ਰੇਟ ਤੇ ਮੇਰੇ ਕੋਲ ਲਈ ਜਾਵੋ। ਤੇ ਲੇਕਿਨ ਉਹ ਫੇਰ ਵੀ ਅੱਧੋ ਅੱਧੀ ਤੁਹਾਨੂੰ ਕਮਾਈ ਹੁਣ ਵੀ ਲੱਭਦੀ ਰਹੇਗੀ ਕਿ 2 ਮਹੀਨੇ ਹੋਰ ਤੁਹਾਡਾ ਅੱਗੇ ਸੀਜ਼ਨ ਲੰਘ ਜਾਏਗਾ। ਠੀਕ ਹੈ। ਤੇ ਬਾਅਦ ਨੂੰ ਫੌਰਨ ਮੁਰਗੀ ਨੂੰ ਹੈ ਤਰੀਏ ਨਹੀਂ, ਤੁਹਾਡਾ ਥੋੜੀ ਮੁਰਗੀਆਂ ਨਹੀਂ ਰਾਬਤਾ ਹੋ ਸਕਦਾ ਤੇ ਤੁਸੀਂ ਮੁਰਗੀ ਨੂੰ ਸੇਲ ਕਰ ਦਿਓ। ਮੁਰਗੀ ਵੀ ਤੁਹਾਡੀ 1000 ਰੁਪਏ ਦਾ ਪਰ ਪੀਸ ਵਿਕ ਜਾਏਗਾ। ਨਹੀਂ ਤੇ ਜਿਹੜੀ ਤੁਹਾਨੂੰ ਤਿਆਰ ਹੋਈ ਦੀ ਆ, ਅਗਰ ਦੁਬਾਰਾ ਫੇਰ ਨਵੀਆਂ ਪਾ ਲੈ। ਨਹੀਂ ਅਗਰ ਤੇ ਭਾਈ ਹੁਣਾਂ ਕੋਲੋਂ ਮਤਲਬ ਕਿ ਮੁਰਗੀ ਜ਼ਿਆਦਾ ਆ, ਆਹੋ ਭਾਈ ਜਾਨ ਮੁਰਗੀ ਜ਼ਿਆਦਾ ਆ, ਤੇ ਫਿਰ ਜੇ ਤੁਸੀਂ ਆਪਣਾ ਐਡਰੈਸ ਵਗੈਰਾ ਵੀ ਕੋਈ ਨਹੀਂ ਦਿੱਤਾ ਦਾ ਕਿ ਤੁਸੀਂ ਕਿਸ ਏਰੀਆ 'ਚੋਂ ਕਿੰਨੀਆਂ ਮੁਰਗੀਆਂ ਨੇ ਤੁਹਾਡੀਆਂ, ਤੇ ਅਗਰ ਤੁਸੀਂ ਮਤਲਬ ਤੁਹਾਡੇ ਕੋਲ ਮੁਰਗੀ ਜ਼ਿਆਦਾ ਆ, ਤੁਹਾਡਾ 60-70 ਰੋਜ਼ ਦੇ ਆਂਡੇ ਹੋਣ ਦੇ ਨੇ, ਤੇ ਫਿਰ ਤੁਹਾਨੂੰ ਹੈਚਰੀ ਦੇ ਨਾਲ ਰਾਬਤਾ ਕਰਨਾ ਪੈਣਾ। ਹੈਚਰੀ ਗੁਜਰਾਂ ਵਾਲੇ ਵੀ ਹੈ, ਸਮੁੰਦਰੀ ਵੀ ਹੈ। ਅਗਰ ਤੁਸੀਂ ਕਿਤੇ ਨਾ ਕਿਤੇ ਰਾਬਤਾ ਤੁਸੀਂ ਕਰ ਸਕਦੇ ਹੋ, ਅਸੀਂ ਨੰਬਰ ਤੁਹਾਨੂੰ ਦੇ ਦਿੰਦੇ ਆ, ਨੰਬਰ ਦੇਵੋ। ਤੇ ਨਹੀਂ ਤੇ ਜਦੋਂ ਤੁਸੀਂ ਸਮਝਿਓ, ਤੁਸੀਂ ਰਾਤ ਸਮਝਿਓ ਮੁਰਗੀ ਤਿਆਰ ਕਰਦੇ ਪਏ ਜੇ, ਸਮਝਿਓ ਆਂਡਾ ਵੇਚਦੇ ਪਏ ਜੇ, ਤੇ ਫਿਲਹਾਲ ਤੇ ਬਲੈਲਰ ਦੇ ਆਂਡੇ ਦਾ ਵੀ ਕਾਫੀ ਰੇਟ ਆ, 10000 ਰੁਪਏ ਪੇਟੀ ਦਾ ਰੇਟ ਆ। ਠੀਕ ਹੈ। ਤੇ ਉਹ ਤੁਹਾਨੂੰ ਜਿਹੜੀ ਆਂਡੇ ਵਾਲੀ ਪੇਟੀ ਆ ਨਾ, ਉਹ 6000 ਚ ਪੈਣ ਦੀ ਆ। ਠੀਕ ਹੈ। ਤੇ ਤੁਹਾਡੇ 8000 ਤੱਕ ਵੀ ਅਗਰ ਸੇਲ ਹੁੰਦੀ ਪਈ ਆ ਮਿਸਾਲ ਤੇ ਉਹਨੇ ਦਿਨ ਤੁਸੀਂ ਵੇਚ ਲਓ, ਬਾਅਦ ਚ ਮੁਰਗੀ ਇਕੱਠੀ ਚਕਵਾ ਦਿਓ, ਸਾਨੂੰ ਫੋਨ ਕਰੋ, ਅਸੀਂ ਗੱਡੀ ਲਵਾ ਦਿੰਨੇ ਆ। ਨਹੀਂ ਉਹਨਾਂ ਨੇ ਆਂਡਾ ਲੈਣਾ ਹੈ ਮੁਰਗੀ ਤੋਂ, ਆਂਡਾ ਲੈਣਾ ਤੇ ਫਿਰ ਹੈਚਰੀ ਦਾ ਤੁਹਾਨੂੰ ਨੰਬਰ ਬੋਲੋ ਹੈਚਰੀ ਦਾ ਆ ਦੇ ਦਿੰਨੇ ਆ। ਮੁੰਡੇ ਦਾ ਉੱਥੇ ਸਮੁੰਦਰੀ ਆ, ਹੁਣ ਏਰੀਆ ਦੱਸਣਾ ਕਿਹੜੇ ਏਰੀਆ, ਫਿਰ ਉਸ ਏਰੀਆ ਦਾ ਨੰਬਰ ਦੇ ਦਾਂਗੇ। ਭਾਈ ਜਾਨ ਤੁਸੀਂ ਅੱਜ ਦੀ ਵੀਡੀਓ ਵੇਖੋ ਤੇ ਕੱਲ ਸਾਨੂੰ ਕਮੈਂਟ ਜ਼ਰੂਰ ਕਰਨਾ ਕਿ ਜਨਾਬ ਤੁਸੀਂ ਕਿਸ ਏਰੀਆ ਦੇ, ਕਿਸ ਸ਼ਹਿਰ ਦੇ ਹੋ, ਕਿਸ ਜਗ੍ਹਾ ਦੇ ਹੋ, ਫਿਰ ਤੁਹਾਨੂੰ ਅਸੀਂ ਨਾ ਹੈਚਰੀ ਵਾਲਿਆਂ ਦਾ ਨੰਬਰ ਦੇਵਾਂਗੇ। ਉਹ ਤੁਹਾਨੂੰ ਲੋਕਾਂ ਦੇ ਦੁਕਾਨਾਂ ਤੇ ਖੱਜਲ ਹੋਣ ਦੀ ਜ਼ਰੂਰਤ ਵੀ ਨਹੀਂ ਪੈਣੀ ਹੈਗੀ। ਹੈਚਰੀ ਵਾਲਿਆਂ ਨੂੰ ਤੁਸੀਂ ਰਾਬਤਾ ਕਰਨਾ ਜੇ, ਉਹ ਉਹਨਾਂ ਦੀ ਮੁਤਾਬਕ ਤੁਸੀਂ ਜਨਾਬ ਉਹਨਾਂ ਨੂੰ ਆਂਡਾ ਦਿੰਦੇ ਜਾਣਾ ਜੇ। ਉਹ ਜੇ ਕਹਿਣਗੇ ਜਨਾਬ ਜੇ ਤੁਸੀਂ ਲਾਗੇ ਛਾਗੇ ਹੋਵੋਗੇ ਤੇ ਤੁਸੀਂ ਮਤਲਬ ਖੁਦ ਜਾ ਕੇ ਦੇ ਆਓਗੇ। ਅਗਰ ਤੁਹਾਡੇ ਕੋਲ ਆਂਡਾ ਜ਼ਿਆਦਾ ਹੋਏਗਾ ਤੇ ਹੈਚਰੀ ਖੁਦ ਆ ਕੇ ਲੈ ਜਾਣਗੇ। ਠੀਕ ਹੈ ਨਾ। ਇਸ ਕਰਕੇ ਜਨਾਬ ਤੁਹਾਡਾ ਆਂਡਾ ਜਿਹੜਾ ਵੇਚਣ ਦੀ ਪਰੇਸ਼ਾਨੀ ਨਹੀਂ ਲੈਣੀ, ਆਂਡਾ ਤੁਹਾਡਾ ਟਿਕਟਾਂ 'ਚ ਵਿਕੇਗਾ। ਲੇਕਿਨ ਅਗਰ ਤੁਹਾਡੇ ਕੋਲ ਕੋਈ ਰੋਜ਼ ਦੇ 4, 5, 10, 20 ਆਂਡੇ ਹੋਣੇ ਤੇ ਫਿਰ ਅਸੀਂ ਉਹਦੀ ਜ਼ਿੰਮੇਵਾਰੀ ਨਹੀਂ ਲੈਂਦੇ ਹੈਗੇ, ਉਹ ਤੇ ਫਿਰ ਕੋਈ ਗੱਲ ਨਹੀਂ ਹੈਗੀ। ਤੇ ਅਗਰ ਤੁਹਾਡੇ ਕੋਲ ਆਂਡਾ ਜ਼ਿਆਦਾ ਹੈ ਕਿ 60-70 ਰੋਜ਼ ਦੇ ਆਂਡੇ ਨਿਕਲਦੇ ਪਏ ਨੇ, ਤੇ ਫਿਰ ਤੁਸੀਂ ਜਨਾਬ ਤੁਹਾਨੂੰ ਹੈਚਰੀ ਦਾ ਨੰਬਰ ਦੇਵਾਂਗੇ। ਤੁਸੀਂ ਜਨਾਬ ਆਪਣਾ ਐਡਰੈਸ ਜ਼ਰੂਰ ਸ਼ੇਅਰ ਕਰਨਾ ਜੇ, ਆਪਣੇ ਸ਼ਹਿਰ ਦਾ ਨਾਮ ਜ਼ਰੂਰ ਸ਼ੇਅਰ ਕਰਨਾ ਜੇ। ਜਾਂ ਤੁਸੀਂ ਖੁਦ ਆਪਣੀ ਮਸ਼ੀਨ ਲੈ ਕੇ ਤੇ ਇਸਤੇਮਾਲ ਬੱਚਾ ਕਢਾ ਸਕਦੇ ਜੇ ਆਪਣਾ। ਚਲੋ ਕਾਰੋਬਾਰ ਵਧਾਉਣਾ ਹੋਏ ਤੇ ਫਿਰ, ਲੇਕਿਨ ਉਹਨੇ ਸਿਰਫ ਆਂਡਾ ਹੀ ਲੈ ਕੇ ਆਂਡਾ ਵੇਚ ਦੇਣਾ ਨਾ। ਠੀਕ ਹੈ ਨਾ। ਤੇ ਤੁਸੀਂ ਇਸ ਤਰ੍ਹਾਂ ਕਰਨਾ ਕਿ ਭਾਈ ਜਾਨ ਆਪਣਾ ਮੁਰਗੀਆਂ ਵੀ ਦੱਸਣੀਆਂ ਕਿੰਨੀਆਂ ਨੇ ਤੁਹਾਡੇ ਕੋਲ, ਉਸ ਤੋਂ ਬਾਅਦ ਤੁਸੀਂ ਮਤਲਬ ਆਪਣਾ ਸ਼ਹਿਰ ਦਾ ਨਾਮ ਵੀ ਜ਼ਰੂਰ ਦੱਸਿਓ, ਤੇ ਅਸੀਂ ਤੁਹਾਨੂੰ ਉਸ ਇਲਾਕੇ ਦਾ ਕੋਈ ਵੀ ਬ੍ਰੋਕਰ ਜਾਂ ਕੋਈ ਹੈਚਰੀ ਵਾਲਾ ਹੋਏਗਾ ਨਾ, ਉਹਦਾ ਨੰਬਰ ਤੁਹਾਨੂੰ ਅਸੀਂ ਦੇ ਦਿਆਂਗੇ। ਬਾਗਾ ਭਾਈ ਜਿਹੜੇ ਲੋਕ ਮਤਲਬ ਕਿ ਪਸੰਦ ਕਰਦੇ ਨੇ ਇਸ ਕਾਰੋਬਾਰ ਨੂੰ, ਜਿਹੜੇ ਕਾਰੋਬਾਰ ਇਸ ਨੂੰ ਕਰਨਾ ਚਾਹੁੰਦੇ ਨੇ,
ਉਹ ਤੇ ਬਹੁਤ ਜ਼ਿਆਦਾ ਹੌਸਲਾ ਅਫਜ਼ਾਈ ਸਾਡੀ ਵੀ ਕਰਦੇ ਨੇ, ਠੀਕ ਹੈ। ਉਹ ਕਾਫੀ ਜ਼ਿਆਦਾ ਸਾਡੇ ਕੋਲ ਮਾਲੂਮਾਤ ਵੀ ਲੈ ਰਹੇ ਨੇ, ਠੀਕ ਹੈ ਨਾ। ਇੱਕ ਭਾਈ ਆਪਣੇ ਨੇ ਜਵੇਦ ਅਸਲਮ ਸਾਹਿਬ, ਠੀਕ ਹੈ ਜੀ। ਫਿਰ ਇਸ ਤਰ੍ਹਾਂ ਜਨਾਬ ਜ਼ੈਗਮ ਸਾਹਿਬ ਔਰ ਇੱਕ ਭਾਈ ਸਿੱਖ ਸਾਹਿਬ ਨੇ ਇੰਡੀਆ ਤੋਂ ਜਨਾਬ ਜੁੜ ਗਏ ਨੇ ਸਾਡੇ ਨਾਲ, ਠੀਕ ਹੈ ਜੀ। ਬਹੁਤ ਸ਼ੁਕਰੀਆ ਭਾਈ ਜਾਨ ਤੁਹਾਡਾ, ਸਾਡੀ ਹੌਸਲਾ ਅਫਜ਼ਾਈ ਵਧਾਉਂਦੇ ਨੇ, ਹੌਸਲਾ ਅਫਜ਼ਾਈ ਕਰਦੇ ਨੇ। ਤਾਂ ਉਹ ਕਹਿੰਦੇ ਨੇ ਕਿ ਨਾ ਬਹੁਤ ਅੱਛਾ ਤੁਸੀਂ ਕੰਮ ਕਰ ਰਹੇ ਹੋ, ਠੀਕ ਹੈ ਜੀ। ਫੀਸ ਵੀ ਅੱਲਾ ਖੈਰ ਕਰੇ, ਅਸੀਂ ਕਰਨੇ ਪਿਆ, ਠੀਕ ਹੈ ਨਾ। ਤੇ ਅੱਲਾ ਖੈਰ ਕਰੇ। ਤੇ ਭਾਈ ਜੀ ਬਹੁਤ ਜ਼ਿਆਦਾ ਸ਼ੁਕਰੀਆ ਸਾਰੇ ਵੀਰਾਂ ਦਾ ਜਿਹੜੇ ਜਨਾਬ ਸਾਨੂੰ ਕਮੈਂਟ ਕਰਦੇ ਨੇ, ਦਿਲ ਭੇਜਦੇ ਨੇ ਜਨਾਬ, ਆਪਣਾ ਮੈਸੇਜ ਭੇਜਦੇ ਨੇ, ਮਾਸ਼ਾਅੱਲਾ ਭੇਜਦੇ ਨੇ, ਸਭ ਕੁਝ ਮਤਲਬ ਕਿ ਜੋ ਉਹਨਾਂ ਦਾ ਹੋ ਸਕਦਾ ਉਹ ਸਾਨੂੰ ਮਤਲਬ ਕਿ ਸਾਨੂੰ ਇਹ ਹੌਸਲਾ ਅਫਜ਼ਾਈ ਵਾਸਤੇ ਸ਼ੇਅਰ ਕਰਦੇ ਨੇ। ਤੇ ਬਹੁਤ ਸ਼ੁਕਰੀਆ ਉਹਨਾਂ ਵੀਰਾਂ ਦਾ ਜਨਾਬ ਜਿਹੜੇ ਸਾਨੂੰ ਵੇਖਦੇ ਨੇ, ਔਰ ਵੇਖਣ ਤੋਂ ਬਾਅਦ ਜਨਾਬ ਸਾਡੀ ਹੌਸਲਾ ਅਫਜ਼ਾਈ ਕਰਦੇ ਨੇ। ਫਿਰ ਸਾਡਾ ਹੌਸਲਾ ਵੱਧ ਜਾਂਦਾ, ਫਿਰ ਅਸੀਂ ਹੋਰ ਟਾਈਮ ਦਿੰਦੇ ਆ, ਠੀਕ ਹੈ ਨਾ। ਹੋਰ ਟਾਈਮ ਦਿੰਦੇ ਆ ਕਿ ਜਨਾਬ ਅੱਲਾ ਖੈਰ ਕਰੇ ਹੋਰ ਜ਼ਿਆਦਾ ਤੋਂ ਜ਼ਿਆਦਾ ਮਾਲੂਮਾਤ ਲੈ ਕੇ ਤੁਹਾਡੇ ਨਾਲ ਅਸੀਂ ਸ਼ੇਅਰ ਕਰੀਏ। ਔਰ ਅੱਲਾ ਖੈਰ ਕਰੇ ਇਸ ਕਾਰੋਬਾਰ ਦੇ ਵਿੱਚ ਪੈਸੇ ਨੇ, ਕਾਫੀ ਜ਼ਿਆਦਾ ਪੈਸੇ ਨੇ। ਅਸੀਂ ਤੁਹਾਨੂੰ ਪਹਿਲੇ ਵੀ ਕਈ ਦਫਾ ਦੱਸ ਚੁੱਕੇ ਹਾਂ ਕਿ ਜਨਾਬ ਅਸੀਂ ਪਹਿਲੇ ਭਾਈ ਬੱਗੇ ਕੋਲ ਆਉਂਦੇ ਰਹੇ ਹਾਂ ਨਾ, ਤਕਰੀਬਨ ਤੀਸਰਾ ਮਹੀਨਾ ਸਾਨੂੰ ਹੋ ਚੱਲਿਆ, ਤੀਸਰਾ ਮਹੀਨਾ ਹੋ ਚੱਲਿਆ ਜੇ ਭਾਈ ਬੱਗੇ ਕੋਲ ਆਉਂਦੇ ਆ। ਅਸੀਂ ਆਉਂਦੇ ਆ ਤੇ ਪਹਿਲੇ ਭਾਈ ਬੱਗੇ ਦਾ ਕਾਰੋਬਾਰ ਵੇਖ ਕੇ ਇਹਦੇ ਕੋਲ ਪੁੱਛ ਕੇ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ। ਹੁਣ ਤੇ ਵੀਰ ਭਾਈ ਜੀ ਅਸੀਂ ਖੁਦ ਕਰਨ ਦੇ ਰਹੇ ਹਾਂ, ਠੀਕ ਹੈ ਜੀ। ਅਸੀਂ ਤੁਹਾਨੂੰ ਰੋਜ਼ਾਨਾ ਦੱਸਦੇ ਕਿ ਸਾਡੇ ਅੱਜ 15 ਦਿਨ ਹੋ ਗਏ ਨੇ, ਠੀਕ ਹੈ। ਸਾਡੇ ਚੂਜ਼ਡੇ ਨੂੰ 14ਵਾਂ ਦਿਨ ਹੋ ਗਿਆ, ਠੀਕ ਹੈ ਨਾ। ਤੇ ਅਸੀਂ ਤੁਹਾਨੂੰ ਡੇਲੀ ਦੱਸਦੇ ਕਿ ਅਸੀਂ ਹੁਣ ਕਰਨੇ ਪਿਆ, ਜਿਹੜੀ ਚੀਜ਼ ਅਸੀਂ ਇਸਤੇਮਾਲ ਕਰਨੇ ਪਿਆ, ਜਿਹੜਾ ਕੰਮ ਅਸੀਂ ਕਰਨੇ ਪਿਆ, ਜਿਹਦੇ ਤੋਂ ਅਸੀਂ ਨੁਕਸਾਨ ਉਠਾਣੇ ਪਿਆ, ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੇ ਪਿਆ ਕਿ ਜਨਾਬ ਇਹ ਕੰਮ ਤੁਸੀਂ ਨਹੀਂ ਕਰਨਾ, ਅਸੀਂ ਕਰ ਚੁੱਕੇ ਹਾਂ, ਇਹਦੀ ਵਜ੍ਹਾ ਤੋਂ ਸਾਨੂੰ ਨੁਕਸਾਨ ਹੋਇਆ, ਇਹ ਕੰਮ ਤੁਸੀਂ ਨਹੀਂ ਕਰਨਾ ਹੈਗਾ। ਦੇਖੋ ਨਾ ਹੁਣ ਸਾਡਾ ਚੂਜ਼ਾ ਇੱਕ ਰੋਜ਼ਾਨਾ ਦਾ ਇੱਕ ਡਿੱਗਦਾ ਪਿਆ ਵਾ। ਭਾਈ ਬੱਗੇ ਨਾਲ ਮਸ਼ਵਰਾ ਕੀਤਾ ਕਿ ਭਾਈ ਵਜ੍ਹਾ ਕੀ ਆ। ਇਹਨਾਂ ਨੇ ਸਾਨੂੰ ਦੱਸ ਦਿੱਤਾ ਕਿ ਜਨਾਬ ਤੁਹਾਡੀ ਵਜ੍ਹਾ ਹੈ ਕਿ ਕੁਝ ਚੂਜ਼ਿਆਂ ਨੇ, ਜਿਹੜੇ ਕਮਜ਼ੋਰ ਚੂਜ਼ੇ ਸੀ ਨਾ ਤੁਹਾਡੇ, ਉਹਨਾਂ ਨੇ ਤੁਹਾਡੀ ਵੈਕਸੀਨ ਨਹੀਂ ਪੀਤੀ, ਉਹਨਾਂ ਨੂੰ ਵੈਕਸੀਨ ਨਹੀਂ ਹੋਈ, ਉਹਨਾਂ ਨੇ ਵੈਕਸੀਨ ਵਾਲਾ ਪਾਣੀ ਨਹੀਂ ਪੀਤਾ ਹੈਗਾ, ਇਸ ਕਰਕੇ ਉਹ ਡਿੱਗਦੇ ਪਏ ਨੇ। ਔਰ ਜਿਹੜੇ ਕੋਲ ਰਹਿ ਗਏ ਤੇ ਜਿਹਨਾਂ ਨੇ ਵੈਕਸੀਨ ਨਹੀਂ ਹੋਈ ਉਹਨਾਂ ਨੇ ਡਿੱਗਣਾ ਹੀ ਡਿੱਗਣਾ, ਠੀਕ ਹੈ ਨਾ। ਵੈਕਸੀਨ ਜਿਹੜੀ ਹੈ ਨਾ ਗਮੋਰੋ ਉਹ ਬਹੁਤ ਜ਼ਰੂਰੀ ਹੈਗੀ ਆ। ਤੇ ਇਹਨਾਂ ਨੇ ਕਿਹਾ ਸੀ ਕਿ ਡਬਲ ਕਰਨੀ ਚਾਹੀਦੀ ਸੀ ਸਾਨੂੰ, ਲੇਕਿਨ ਅਸੀਂ ਸਿੰਗਲ ਕੀਤੀ ਆ। ਅਸੀਂ ਤੁਹਾਨੂੰ ਮਸ਼ਵਰਾ ਦਿੰਦੇ ਆ, ਸਾਨੂੰ ਸਿੰਗਲ ਬੜੀ ਔਖੀ ਲੱਭੀ ਸੀ। ਤੇ ਹਾਂਜੀ ਸਿੰਗਲ ਬੜੀ ਔਖੀ ਲੱਭੀ, ਸਾਡੇ ਸ਼ਹਿਰੋਂ ਬੜੀ ਦੂਰ ਜਾਣਾ ਪਿਆ, 70-80 ਕਿਲੋਮੀਟਰ ਦੂਰ ਜਾਣਾ ਪਿਆ ਸੀ। ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਜਨਾਬ ਤੁਸੀਂ ਡਬਲ ਕਰਨੀ ਜੇ, ਡਬਲ ਨਹੀਂ ਕਰ ਸਕੋਗੇ ਤੇ ਲੇਕਿਨ ਜੇ ਸਿੰਗਲ ਕਰਨੀ ਹੈ ਤਾਂ ਫਿਰ ਹਰ ਚੂਚੇ ਦੇ ਲਾਗੇ ਬਹਿ ਕੇ ਭਾਵੇਂ ਹੱਥ ਨਾਲ ਫੜ ਕੇ ਚੂਚੇ ਚੁੰਝ ਡੁਬਾ ਦੇਣੀ ਆ। ਇਹ ਤਰੀਕਾ ਕਰ ਤੁਸੀਂ ਇਸਤੇਮਾਲ ਜ਼ਰੂਰ ਕਰਨਾ। ਜੇ ਵਿੱਚ ਫਿਰਨ ਟੁਰਨ ਤੋਂ ਇਲਾਵਾ ਵੀ, ਫਿਰਦੇ ਟੁਰਨ ਤੋਂ ਇਲਾਵਾ ਵੀ ਤੁਸੀਂ ਚੂਚੇ ਨੂੰ ਫੜ ਕੇ ਉਹਦੀ ਚੁੰਝ ਜ਼ਰੂਰ ਡੁਬਾਣੀ ਆ ਪਾਣੀ ਦੇ ਵਿੱਚ ਪਾ ਕੇ। ਆਪੇ ਪੀ ਲੈਣੀ ਆ। ਹਾਂ ਉਸ ਤੋਂ ਬਾਅਦ ਘੰਟੇ ਤੋਂ ਬਾਅਦ ਰਹਿ ਹੀ ਨਾ ਉਹਨੂੰ ਹਿਲਾਉਂਦੇ ਰਹਿਣਾ, ਹਿਲਾ ਲਓ। ਅਗਰ ਨਹੀਂ ਹਿਲਾਣਾ, ਜੇ ਤੁਹਾਨੂੰ ਮਤਲਬ ਸ਼ੱਕ ਹੋਏ ਕਿ ਯਾਰ ਹੋ ਸਕਦਾ ਇਹਨੇ ਨਾ ਪੀਤੀ ਹੋਏ, ਇਹਨੇ ਨਾ ਪੀਤੀ ਹੋਏ, ਫਿਰ ਤੁਸੀਂ ਇਸ ਤਰ੍ਹਾਂ ਕਰਨਾ ਕਿ ਥੋੜੀ ਜਿਹੀ ਮਿਹਨਤ ਹੈਗੀ ਆ। ਇੱਕ ਚੂਚਾ ਫੜਨਾ ਉਹਦੀ ਚੁੰਝ ਡੁਬਾ ਦੇਣੀ, ਇੱਕ ਚੂਚਾ ਫੜਨਾ ਚੁੰਝ ਡੁਬਾ ਕੇ ਸਾਈਡੇ ਕਰੀ ਜਾਣਾ, ਠੀਕ ਹੈ ਨਾ। ਇਸ ਤਰੀਕੇ ਨਾਲ ਵੀ ਵੈਕਸੀਨ ਹੋ ਸਕਦੀ ਹੈ, ਇਸ ਤਰੀਕੇ ਨਾਲ ਤੁਹਾਡੇ ਚੂਜ਼ੇ ਨੂੰ ਸਾਰਿਆਂ ਨੂੰ ਵੈਕਸੀਨ ਹੋ ਸਕਦੀ ਹੈ। ਇਹ ਗਲਤੀ ਅਸੀਂ ਕੀਤੀ ਆ, ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਕੋਲ ਇਹ ਗਲਤੀ ਨਾ ਹੋਵੇ, ਠੀਕ ਹੈ ਨਾ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਗਲਤੀ ਤੁਹਾਡੇ ਕੋਲੋਂ ਨਾ ਹੋਵੇ। ਗਮੋਰੋ ਜਿਹੜੀ ਵੈਕਸੀਨ ਆ ਉਹ ਜ਼ਰੂਰੀ ਆ, ਔਰ ਹਰ ਚੂਜ਼ੇ ਵਾਸਤੇ ਜ਼ਰੂਰੀ ਆ। ਜਦੋਂ ਦੋਸਤੋ ਅੱਲਾ ਦੇ ਕਰਮੋ ਫਜ਼ਲ ਨਾਲ ਸਾਡੇ ਚੂਜ਼ੇ ਨੂੰ ਜਨਾਬ ਹੋ ਗਿਆ ਜਨਾਬ ਅੱਜ 14 ਦਿਨ, ਤੇ ਜਿਹੜੇ ਡੈਡ ਹੋਏ ਨੇ ਜਨਾਬ ਹੋਏ ਨੇ ਸਿਰਫ 15। ਤੇ ਰੋਜ਼ਾਨਾ ਦੇ ਇੱਕ ਜਾ ਰਿਹਾ, ਉਹਦੀ ਵਜ੍ਹਾ ਅਸੀਂ ਪੁੱਛ ਲਈ ਹੈ ਭਾਈ ਉਹਨਾਂ ਕੋਲੋਂ, ਤੇ ਉਹ ਸਾਨੂੰ ਸਮਝ ਆ ਗਈ ਉਹ ਚੀਜ਼ ਦੀ, ਠੀਕ ਹੈ ਨਾ। ਅੱਗੇ ਤਾਂ ਅਸੀਂ ਇਹ ਗਲਤੀ ਨਹੀਂ ਕਰਨੀ ਹੈਗੀ। ਤੇ ਥੋੜੀ ਜਿਹੀ ਨਜ਼ਰ ਮਾਰ ਲਈ ਹੁਣ ਆਪਣੇ ਚੂਜ਼ੇ ਤੇ, ਚੂਜ਼ਾ ਚੈੱਕ ਕਰੋ ਜਨਾਬ, ਚੂਜ਼ਾ ਸਾਡਾ ਕਿਵੇਂ ਖੇਡਦਾ ਪਿਆ, ਕਿਵੇਂ ਐਕਟਿਵ ਆ। ਕੱਲ ਦੀ ਅਸੀਂ ਲੱਕੜੀ ਵੀ 11,000 ਰੁਪਏ ਦੀ ਲਿਆਂਦੀ ਦੀ ਆ, ਠੀਕ ਆ, ਉਹ ਵੀ ਵਧਾ ਕੇ ਚੜਾਈ ਆ, ਤੇ ਉਹ ਵੀ ਤੁਹਾਨੂੰ ਦੱਸਣ ਟਾਕੇ ਕਿੱਡੇ ਮੋਟੇ ਕਰਵਾਏ ਦੇ ਨੇ, ਠੀਕ ਹੈ। ਇੱਕ ਨਜ਼ਰ ਮਾਰ ਲਓ ਤੁਸੀਂ ਆਪਣੇ ਸ਼ੈਡ ਤੇ। ਜਦੋਂ ਦੋਸਤੋ ਪਹੁੰਚ ਗਏ ਅਸੀਂ ਜਨਾਬ ਆਪਣੇ ਸ਼ੈਡ ਦੇ ਵਿੱਚ, ਜਨਾਬ ਸਾਡੀ ਬੈਕ ਸਾਈਡ ਸ਼ੈਡ ਦੀ, ਦੂਸਰੀ ਸਾਈਡ ਤੇ ਜਨਾਬ ਬਾਗ ਪਿੱਛੇ ਲੱਗਾ, ਠੀਕ ਹੈ ਜੀ। ਤੁਹਾਨੂੰ ਬਾਗ ਦਾ ਵਿਜ਼ਿਟ ਵੀ ਕਰਵਾਵਾਂਗੇ ਬਾਅਦ ਜਦੋਂ ਬਾਗ ਫਲੇਗਾ ਸਹੀ ਤਰ੍ਹਾਂ। ਨਾਲੇ ਹੁਣ ਤਰੇਲ ਵਗੈਰਾ ਹੁੰਦੀ ਹੈ ਤੇ ਹਜੇ ਤੁਹਾਨੂੰ ਬਾਗ ਦਾ ਵਿਜ਼ਿਟ ਨਹੀਂ ਕਰਾਉਣਾ। ਬਾਗ ਬਹੁਤ ਵੱਡਾ ਹੈਗਾ ਔਰ ਕਾਫੀ ਜ਼ਿਆਦਾ ਇਹਦੇ ਜਿੰਨਾ ਪੌਦੇ ਵਗੈਰਾ ਲੱਗੇ ਨੇ ਫਲ ਵਾਲੇ, ਠੀਕ ਹੈ ਜੀ। ਤੇ ਹੁਣ ਅਸੀਂ ਪਹੁੰਚ ਗਏ ਨਾ ਆਪਣੇ ਸ਼ਹਿਰ ਦੇ ਵਿੱਚ ਤੇ ਮਾਰਨੀ ਐਂਟਰੀ, ਦੇਖਦੇ ਹਾਂ ਰਾਣਾ ਸਾਹਿਬ ਕੀ ਕਰਦੇ ਪਏ ਨੇ ਔਰ ਆਪਣਾ ਚੂਜ਼ਾ ਕੀ ਕਰਦਾ ਪਿਆ। ਹਾਂਜੀ ਦੋਸਤੋ ਚੱਲੀਏ ਜਨਾਬ ਹੁਣ ਆਪਣੇ ਸ਼ਹਿਰ ਦੇ ਵਿੱਚ ਮਾਰਜੀ ਐਂਟਰੀ। ਤੇ ਇਹ ਜਨਾਬ ਕੱਲ੍ਹ ਵਾਲੇ ਤੇ ਜੇ ਬਾਲਣ, ਇਹ ਡੱਕ ਦੇਖ ਲਓ ਤੁਸੀਂ, ਚੈੱਕ ਕਰ ਲਓ, ਠੀਕ ਹੈ ਜੀ। ਕਿੱਡਾ ਮੋਟਾ ਡੱਕ ਬਣਵਾਇਆ। ਇਹ ਟਾਲੀ ਹੈ ਜਨਾਬ, ਸਾਰੀ ਦੀ ਸਾਰੀ ਟਾਲੀ। ਇਹ 11,000 ਰੁਪਏ ਦੀ ਜਨਾਬ ਟਾਲੀ ਪੂਰੀ ਦੀ ਪੂਰੀ ਮੁੱਲ ਲਈ ਆ, ਠੀਕ ਹੈ ਨਾ। ਤੇ ਉਹ ਜਨਾਬ ਆਰੇ ਤੋਂ ਚੜੂ ਕੇ ਲਿਆ ਕੇ ਜਨਾਬ ਛੋਟੇ ਨੇ ਮੋਟੇ ਡੱਕ ਕਰਵਾਏ ਨੇ ਤਾਂ ਕਿ ਇਹਨਾਂ ਦਾ ਕੋਲਾ ਬਣੇ ਔਰ ਸੇਕ ਜ਼ਿਆਦਾ ਰਹੇ ਔਰ ਜ਼ਿਆਦਾ ਦੇਰ ਤੱਕ ਰਹੇ, ਠੀਕ ਹੈ ਨਾ। ਇਹ ਸਾਡਾ ਐਕਸਟਰਾ ਤੋ ਪਿਆ ਦਾ, ਠੀਕ ਹੈ ਨਾ। ਆ ਜਨਾਬ ਅੰਦਰ ਚਲੀਏ। ਇਹ ਸਾਡੇ ਬਰਤਨ ਵੀ ਐਕਸਟਰਾ ਪਏ ਤੇ ਜਿਹੜੇ ਆਸਤਾ ਵਧਾਉਣੇ ਨੇ। ਹਾਂਜੀ ਰਾਣਾ ਸਾਹਿਬ ਉੱਠੇ ਹੋ, ਚਲੋ ਫਿਰ ਚਲੋ ਕਰੋ ਤਿਆਰੀਆਂ। अस्सलाम वालेकुम जी बाबा जी, की हाल चाल ने? ठीक हो गया जी। लो दोस्तों ਇਹ जी साढ़े जनाब चूज़ा ताज़ा तरीन सूरत हाल तुहानूं दसदे पे हैं जनाब। अज अल्लाह दे करमो फजल नाल 14वां दिन है जी साढ़े चूज़े नूं। चूज़ा फिरदा टुरदा देख लो तुहाडे सामने ही है, सोहना लगदा पिया। खुराक दे बर्तन कोई फर्क पिया खुराक दा जी, जेहड़े बर्तन ता चुके ने? खुराक बड़ा फर्क पिया, काफी फर्क है। अच्छा
ਹਾਂ 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 ਥੋੜੀ ਠੀਕ ਹੈ ਅੱਗੇ ਜਿਹੜੇ ਅੱਗੇ ਤੋਂ ਪਾਉਂਦੇ ਤੇ ਡੋਲਦੇ ਸੀ ਬਹੁਤ ਹਾਂ ਹਾਂ 10 ਕੇ ਜੋੜੇ ਜਰਾਬਾਂ ਰੱਖ ਲੋ ਦੋਸਤੋ ਇਹ ਜਨਾਬ ਚੂਜ਼ਾ ਸਾਡਾ ਇੱਕ ਦੂਸਰੇ ਤੇ ਛਾਲਾ ਵੀ ਮਾਰਦਾ ਪਿਆ ਵਾ। ਚੂਜ਼ਾ ਬਿਲਕੁਲ ਐਕਟਿਵ ਆ ਸਾਡਾ ਅੱਲਾ ਦੇ ਕਰਮੋ ਫਜ਼ਲ ਨਾਲ। ਤੇ ਬਾਬਾ ਜੀ ਕੀ ਸੂਰਤ ਹਾਲ ਆ, ਸਮਝ ਤਾਂ ਤੁਸੀਂ ਗਏ ਹੀ ਹੋਵੋਗੇ। ਹਾਂਜੀ ਕਿੰਨੇ ਕੇ ਗਏ ਨੇ? 15 ਹਾਂਜੀ ਅੱਜ ਇੱਕ ਫਿਰ ਲੁੜ ਗਿਆ ਵਾ, ਯਾਨੀ ਕਿ ਅੱਜ ਫਿਰ ਹੋ ਗਿਆ। ਹਾਂਜੀ ਰੋਜ਼ ਤਾਂ ਇਹ ਆਖਿਆ ਨਾ ਯਾਰ ਉਹਨੂੰ ਦੱਸੋ ਰੋਜ਼ ਦਾ ਦੋਸਤੋ ਇੱਕ ਜਿਹੜਾ ਚੂਜ਼ਾ ਉਹ ਜ਼ਾਇਆ ਹੋ ਰਿਹਾ ਤੇ ਉਹ ਕੀ ਵਜ੍ਹਾ ਆ। ਅੱਜ ਭਾਈ ਬੱਗੇ ਨਾਲ ਉਹਦੀ ਵੀ ਗੱਲਬਾਤ ਕਰਨੇ ਆ ਕਿ ਯਾਰ ਕੀ ਵਜ੍ਹਾ ਕਿਉਂ ਜਨਾਬ ਇੱਕ ਜ਼ਾਇਆ ਹੋ ਰਿਹਾ ਆ, ਰੋਜ਼ਾਨਾ ਇੱਕ ਜਾ ਰਿਹਾ। 14 ਦਿਨ ਹੋ ਗਏ ਨੇ ਤੇ 15 ਚੂਜ਼ੇ ਸਾਡੇ ਹੁਣ ਤੱਕ ਜ਼ਾਇਆ ਹੋ ਗਏ ਨੇ, ਡੈਡ ਹੋ ਗਏ ਨੇ। ਠੀਕ ਹੈ ਨਾ। ਪਾਣੀ ਦੀ ਕੀ ਸੂਰਤ ਹਾਲ ਆ? ਪਾਣੀ ਚੰਗਾ ਪੀਂਦੇ ਪਏ ਨੇ? ਪਾਣੀ ਬਹੁਤ ਪੀਂਦੇ ਨੇ। ਹਾਂ ਕੱਲ 3 ਬਾਲਟੀਆਂ ਪਾਣੀ ਪੀਤਾ, ਪਰਸੋਂ ਵੀ 3 ਨਹੀਂ ਪੀਤਾ। ਹਾਂ ਹਾਂ ਰਾਤੀ 1 ਵਜੇ ਪਾਣੀ ਬਦਲਿਆ ਸੀ 2 ਵਜੇ। ਠੀਕ ਹੈ। ਹੁਣ ਫਿਰ ਇਨਸ਼ਾਅੱਲਾ ਹੀਟ ਦੱਸੋ, ਹੀਟ ਕਿੰਨੀ ਹੋ ਗਈ ਆ? ਮੀਟਰ ਤੇ ਲੱਭ ਨਹੀਂ ਰਿਹਾ। ਹੀਟ 33 ਹੈ ਜਨਾਬ ਸਾਡੀ ਹੀਟ। ਸਾਡੇ ਕੈਪਨ ਦੇ ਵਿੱਚ ਜਨਾਬ ਮੀਟਰ ਦੇ ਹਿਸਾਬ ਨਾਲ 33 ਹੋ ਚੁੱਕੀ ਹੈ। ਤੇ ਤੋਂ ਵਧਾਈਏ ਤੇ ਫਿਰ ਚੂਚਾ ਤੰਗ ਹੁੰਦਾ। ਹਾਂ ਨਹੀਂ 32 33 30 31 32 33 ਠੀਕ ਹੈਗਾ। ਅੱਲਾ ਖੈਰ ਕਰੇ ਤੇ ਜਨਾਬ ਤੁਸੀਂ ਚੈੱਕ ਕਰ ਸਕਦੇ ਨਾ ਭਾਜੀ ਅੱਲਾ ਦੇ ਕਰਮੋ ਫਜ਼ਲ ਨਾਲ 14ਵਾਂ ਦਿਨ ਆ। ਚੂਜ਼ਾ ਸਾਡਾ ਸਾਰਾ ਐਕਟਿਵ ਹੈ। ਹੁਣ ਤੱਕ ਜਿਹੜੇ ਡੈਡ ਹੋਏ ਨੇ ਉਹ ਹੋਏ ਨੇ ਜਨਾਬ 15 ਤੇ ਰੋਜ਼ਾਨਾ ਦਾ ਇੱਕ ਹੋ ਰਿਹਾ ਆ। ਉਹ ਕੀ ਵਜ੍ਹਾ ਹੈ ਅੱਜ ਭਾਈ ਬੱਗੇ ਨਾਲ ਉਹਦੀ ਗੁਫ਼ਤਗੂ ਕਰਦੇ ਆ, ਪੁੱਛਣੇ ਆ ਕਿ ਜਨਾਬ ਕੀ ਵਜ੍ਹਾ ਇੱਕ ਰੋਜ਼ਾਨਾ ਕਿਉਂ ਜਾ ਰਿਹਾ? ਕੋਈ ਬਿਮਾਰੀ ਤੇ ਨਹੀਂ, ਕੋਈ ਚੂਜ਼ੇ ਢਿੱਲੇ ਤੇ ਨਹੀਂ ਵਿੱਚੋਂ? ਇੱਕ ਵਾਰੀ ਉਹਨਾਂ ਦੀ ਨਜ਼ਰ ਫੇਰ ਦੁਬਾਰਾ ਮਰਵਾਨੇ ਆ, ਉਹਨਾਂ ਨੂੰ ਲੈ ਕੇ ਆਨੇ ਆ ਇੱਥੇ। ਖੁਰਾਕ ਜਿਹੜੀ ਇਸਤੇਮਾਲ ਕਰਦੇ ਪਏ ਉਹ ਸ਼ੱਕਰ ਤੇ ਨਹੀਂ ਪਾ ਰਹੇ? ਨਹੀਂ ਹੁਣ ਨਹੀਂ ਪਾ ਰਹੇ। ਨਹੀਂ ਪਾ ਰਹੇ। ਕਿੰਨੇ ਦਿਨ ਕੀਤੀ ਹੈ ਸ਼ੱਕਰ ਇਸਤੇਮਾਲ? 3 ਦਿਨ। ਹਾਂ 3 ਦਿਨ ਕੀਤੀ ਹੈ ਸ਼ੱਕਰ। 3 ਦਿਨ ਇਸਤੇਮਾਲ ਕੀਤੀ ਹੈ? 3 ਦਿਨ ਕੀਤੀ ਹੈ। ਠੀਕ ਹੋ ਗਿਆ। ਠੀਕ ਆ ਲੱਗ ਰਿਹਾ, ਆਹੋ ਬਿਹਤਰੀਨ ਹੈ, ਦੌੜਾ ਫਿਰਦਾ ਠੀਕ ਹੋ ਗਿਆ। ਲੇਕਿਨ ਇਹ ਜਿਹੜਾ ਇੱਕ ਵਿੱਚੋਂ ਰੁੜ ਕੇ ਜਾਂਦਾ ਆਹੋ ਰੋਜ਼ਾਨਾ ਦਾ ਹੈ, ਰੋਜ਼ਾਨਾ ਦਾ ਜਿਹੜਾ ਇੱਕ ਜਾ ਰਿਹਾ ਉਹ ਇੱਕ ਜਾ ਰਿਹਾ ਇਹਨਾਂ ਠੀਕ ਹੈ। ਹਾਂ ਉਹਦੀ ਕੀ ਸੂਰਤ ਹੈ ਉਹ ਵੇਖਦੇ ਆ। ਤੂੰ ਪਾਉਣ ਦੀ ਤੇ ਨਹੀਂ ਲੋੜ ਹੁਣ ਥੱਲੇ ਅਜੇ? ਨਹੀਂ ਤੋ ਬੜਾ ਤੋ ਥੱਲੇ ਬੜਾ। ਹਾਂ ਤੋ ਬੜਾ ਠੀਕ ਆ। ਤੋ ਫੋਲਦਾ ਪਿਆ ਆ ਖਰਾਬ ਤੋਂ ਫਾਰਗ ਹੋ ਕੇ ਤੋ ਫੋਲਦਾ, ਆਰੇ ਲੱਗਾ ਰਹਿੰਦਾ। ਆਰੇ ਲੱਗਾ ਰਹਿੰਦਾ। ਇਹ ਵੇਲੇ ਆ ਨਾ, ਇਹਨਾਂ ਨਾਲ ਕੋਈ ਕੰਮ ਲਾਣੇ ਆ, ਇਹਨਾਂ ਨੂੰ ਕੋਈ ਦਿੰਨੇ ਆ ਕੋਈ। ਜਿਹਦੇ ਦੋਸਤੋ ਅੱਲਾ ਦੇ ਕਰਮੋ ਫਜ਼ਲ ਨਾਲ ਸਭ ਸਾਡਾ ਚੂਜ਼ਾ ਐਕਟਿਵ ਹੈ। ਅੱਲਾ ਖੈਰ ਕਰੇ। ਹੁਣ ਤੱਕ ਬਿਲਕੁਲ ਬਿਹਤਰੀਨ ਹੈ, ਜ਼ਬਰਦਸਤ ਅੱਲਾ ਦਾ ਕਰਮੋ ਫਜ਼ਲ ਹੈ। ਜਦੋਂ ਦੋਸਤੋ ਭਾਈ ਬੱਗੇ ਨਾਲ ਤੁਹਾਨੂੰ ਪਤਾ ਹੈ ਕਿ ਆਪਣਾ ਮੋਟਾ ਮਾਲ ਲਿਆ ਕੇ ਮੋਟਾ ਵੇਚਦਾ ਪਿਆ ਮਾਲ, ਕੋਈ ਛੋਟਾ ਤਿਆਰ ਨਹੀਂ ਕਰਦਾ ਪਿਆ, ਕਿਉਂਕਿ ਛੋਟਾ ਇਸ ਵਾਸਤੇ ਤਿਆਰ ਕਰਦਾ ਪਿਆ। ਹੁਣ ਇਹਦੇ ਨਾਲ ਅਟੈਚ ਹੋ ਗਏ ਨੇ ਦੁਕਾਨਦਾਰ, ਖੁੱਡੇ ਵਾਲੇ ਤਿਆਰ ਹੋ ਗਏ, ਅਟੈਚ ਹੋ ਗਏ ਨੇ। ਫਿਰ ਇਹ ਛੋਟਾ ਮਾਲ ਲਿਆਏ ਤੇ ਫਿਰ ਟਾਈਮ ਲੱਗ ਜਾਂਦਾ ਆ, ਉਹ ਫਿਰ ਦੁਕਾਨਦਾਰੀ ਖਰਾਬ ਹੋ ਜਾਂਦੀ। ਇਸ ਕਰਕੇ ਮੋਟਾ ਮਾਲ ਲਿਆਂਦਾ ਤੇ ਮੋਟਾ ਹੀ ਮਾਲ ਅੱਗੇ ਵੇਚੀ ਜਾਣ ਡਿਆ, ਤਾਂ ਬਹੁਤ ਅੱਛਾ ਕੰਮ ਕਰ ਰਹੇ ਨੇ ਔਰ ਅੱਛੀ ਖਾਸੀ ਦਿਹਾੜੀ ਲਾਣ ਦੇ। ਭਾਈ ਬੱਗਾ ਜੀ ਇੱਕ ਸਾਡੇ ਨਾਲ ਜੁੜੇ ਦੇ ਨੇ WhatsApp ਤੇ ਵੀ ਆ ਤੇ ਕਮੈਂਟ ਵਗੈਰਾ ਤੇ ਉਹ ਅਨਪੜ੍ਹ ਨੇ, ਕਹਿੰਦੇ ਕਮੈਂਟ ਮੈਂ ਨਹੀਂ ਕਰ ਸਕਦਾ, ਤੇ WhatsApp ਤੇ ਨੇ ਉਹ ਡਰਾਈਵਰ ਨੇ ਲਾਹੌਰ ਦੇ ਵਿੱਚ ਡਿਲੀਵਰੀ ਕਰਦੇ ਨੇ। ਉਹਨਾਂ ਦਾ ਪ੍ਰੋਗਰਾਮ ਹੈ ਫੈਸਲਾਬਾਦ ਦੇ ਨੇ। ਠੀਕ ਹੈ, ਉਹਨਾਂ ਦਾ ਪ੍ਰੋਗਰਾਮ ਇਹ ਹੋਇਆ ਕਿ ਯਾਰ ਮੈਂ ਮਤਲਬ ਕਿ ਕਿੰਨੀ ਕੁ ਦੇਰ ਆਪਣੀ ਨੌਕਰੀ ਕਰਨੀ ਹੈ, ਮਤਲਬ ਨਹੀਂ ਹੈ, ਤੇ ਮੇਰਾ ਪ੍ਰੋਗਰਾਮ ਹੈ ਕਿ ਯਾਰ ਮੈਂ ਵੀ ਆਪਣਾ ਕੋਈ ਬਿਜ਼ਨਸ ਸ਼ੁਰੂ ਕਰਾਂ। ਉਹਨੂੰ ਕਹੇ ਇਨਸ਼ਾਅੱਲਾ ਦਸਤੀ ਨਾਲ ਸ਼ੁਰੂ ਕਰੋ ਅੱਲਾ ਖੈਰ। ਤੇ ਉਹਦਾ ਪ੍ਰੋਗਰਾਮ ਹੈ ਕਿ ਜਨਾਬ 200 ਮੈਂ ਮਤਲਬ ਕਿ ਸ਼ੁਰੂ ਕਰਾਂ ਤੇ ਕੋਈ 2-3 ਫਲਾਗ ਮੈਂ ਲਾ ਕੇ ਨਾ ਮੈਂ ਆਪਣੇ ਮਤਲਬ ਕਿ ਤਜਰਬਾ ਕਰ ਲਵਾਂ, ਮੈਨੂੰ ਸਾਰੀ ਚੀਜ਼ ਦੀ ਸਮਝ ਆ ਜਾਵੇ, ਫਿਰ ਮੈਂ ਆਪਣਾ ਕੰਮ ਵਧਾ ਲਵਾਂ। ਠੀਕ ਹੈ ਨਾ। ਉਹਨੂੰ ਕਰੇ ਕਿ ਬਹੁਤਾ ਨਹੀਂ ਤੂੰ ਅੱਧਾ ਕਿਲੋ ਵਾਲਾ ਚੂਚਾ ਜਾਏਗਾ 500 ਲੈ ਲੈ ਜਾਂ 400 ਲੈ ਲੈ। ਅੱਛਾ। ਤੇ ਉਹਨੂੰ ਤਿਆਰ ਕਰ ਲਿਆ ਕਰੇ ਤੇ ਉਹਨੂੰ ਤਿਆਰ ਕਰਕੇ ਨਾ ਅੱਲਾ ਖੈਰ ਕੀਤੀ ਅੱਧਾ ਕਿਲੋ ਵਾਲਾ ਲੈਵੇ ਕਰੇ। ਉਹ ਸ਼ਾਹ ਹੁਣਾਂ ਦਾ ਨੰਬਰ ਮੰਗਾ, ਉਹਨਾਂ ਨੂੰ ਦੇ ਦਾਂਗਾ ਫੈਸਲਾਬਾਦ ਦੇ। ਅੱਛਾ। ਉਹਦਾ ਉਹਨਾਂ ਨੂੰ ਲਾਗੂ ਅੱਧਾ ਕਿਲੋ ਚੂਚਾ ਲੈ ਦਿਆ ਕਰਨਗੇ, ਉੱਥੋਂ ਲਾਗੂ ਜਾਂ ਸਮੁੰਦਰੀਓ ਲੈ ਦਿਆ ਕਰਨਗੇ। ਠੀਕ ਹੈ। ਤੇ 40 ਦਿਨ ਗਿਣਤੀ ਦੇ ਖੁਰਾਕ ਨੂੰ ਪਾਲੇ ਕਰੇ। 40 ਦਿਨ ਤੋਂ ਬਾਅਦ ਮੇਰੀ ਗੱਡੀ ਜਾ ਕੇ ਉਹਨੂੰ ਇਕੱਠਾ ਚੁੱਕ ਲਿਆ ਕਰੇਗੀ। ਅੱਛਾ। ਲੇਕਿਨ ਉਹਨੂੰ ਰੋਟੀ ਵੀ ਜਾ ਲਿਖਿਆ ਹੈ 500 ਚੂਚਾ ਮਗਰ 1000 ਰੁਪਇਆ ਕੋਈ 70-80 ਹਜ਼ਾਰ ਮਹੀਨੇ ਬਾਅਦ ਬਾਜੀ ਕਰਕੇ 40 ਹੋਣਾ। ਅੱਛਾ। 70-80 ਹਜ਼ਾਰ ਬਾਜੀ ਕਰੇਗਾ। ਠੀਕ ਹੋ ਗਿਆ ਭਾਈ ਜਾਨ। ਭਾਈ ਹੁਣੀ ਕਹਿੰਦੇ ਨੇ ਇਹ ਪੱਕਾ ਹੀ ਦੱਸਤਾ ਨਹੀਂ ਉਹਨੂੰ ਅਸੀਂ ਛੋਟਾ ਕਰਵਾਈਏ, ਇਹਦਾ ਕੰਮ ਨਹੀਂ ਵੱਡੇ ਦਾ ਛੋਟਾ ਫਿਰ ਉਹਨੂੰ ਫਾਰਮ ਲੈਣਾ ਪਏਗਾ। ਮਸਲਾ ਚਲੋ
ਛੋਟੇ ਦਾ ਉਹ ਬੈਸਟ ਸਮਝੇ ਤੇ ਛੋਟਾ ਲੈ ਲੈ, ਹਾਂ ਛੋਟਾ ਵੀ ਬਹੁਤ ਸਹੀ ਆ। ਠੀਕ ਆ। ਅੱਛਾ ਉਹਨੂੰ ਮਤਲਬ ਕਿ 500 ਤੋਂ ਸ਼ੁਰੂ ਕਰਨਾ ਚਾਹੀਦਾ। ਹਾਂ ਇਹ ਹਾਂ 500 ਪਾਲੇ ਕੋਈ ਟੈਨਸ਼ਨ ਨਹੀਂ। 500 ਤੋਂ ਭਾਈ ਜਦ ਤੁਸੀਂ ਅਗਰ ਛੋਟਾ ਪਾਣਾ ਛੋਟਾ ਪਾਲੇ, ਬੜਾ ਵੱਡਾ ਪਾਣਾ ਤੇ 500 ਵੱਡਾ ਪਾਲੇ। ਵੱਡੇ ਦਾ ਫਿਰ ਕਿਆ ਫਾਇਦਾ ਹੋ ਜਾਏਗਾ, ਉਹਨੂੰ ਯਾਰ ਟੈਨਸ਼ਨ ਹੀ ਕੋਈ ਨਹੀਂ ਬਣੇਗੀ। ਪਾਲਣ ਦੀ 40 ਦਿਨ ਦੀ ਕੀ ਨਹੀਂ, ਉਹ ਖੁਰਾਕ ਹੋ ਗਈ ਪਾਣੀ ਆ, ਆਹ ਵੈਕਸੀਨ ਵਗੈਰਾ ਤੇ ਹੋ ਗਈ ਹੁੰਦੀ ਆ। ਤੇ ਦੋ ਬਲਕਿ ਜਿਹੜਾ ਮਰਜੀ ਪਾਲੇ ਦੋ ਦਾ 40 ਦਿਨ ਦਾ ਪੀਰੀਅਡ। ਉਹਨਾਂ ਦਿਓ ਨੰਬਰ ਉਥੋਂ ਦਾ, ਲਿਖੋ ਨੰਬਰ ਦੇ ਦਿੰਦੇ ਆ 0300 ਪੂਰਾ 0300 ਪੂਰਾ 7277 7277 205 205। ਇਸ ਬੰਦੇ ਦਾ ਸ਼ਾਹ ਹੋਣਾ ਦਾ ਨਾਮ ਹੈ, ਰਾਬਤਾ ਕਰ ਲੈਣ। ਇਹਨਾਂ ਨੂੰ ਚੂਚਾ ਸਮਨ ਜੀ ਉਹ ਲੈ ਕੇ ਦੇ ਦੇਣਗੇ। ਠੀਕ ਹੋ ਗਿਆ ਮੇਰਾ ਹਵਾਲਾ ਦੇ ਦੇਣ। ਹਾਂਜੀ ਭਾਈ ਜਾਨ, ਤੁਸੀਂ ਭਾਈ ਬੱਗੇ ਦਾ ਨਾਮ ਲੈ ਕੇ ਨਾ ਤੁਸੀਂ ਦੱਸਣਾ ਕਿ ਨਾ ਭਾਈ ਬੱਗੇ ਨੇ ਸ਼ੱਕਰਗੜ੍ਹ ਤੋਂ ਜਨਾਬ ਬੱਗਾ ਸਾਹਿਬ ਨੇ ਉਹਨਾਂ ਨੰਬਰ ਤੁਹਾਡੇ ਦਿੱਤਾ ਤੇ ਮੈਂ ਮਤਲਬ ਕੰਮ ਕਰਨਾ ਚਾਹੁੰਦਾ ਜਾਂ ਕਿਲੋ ਵਾਲਾ ਦਾ ਕਰਨਾ ਚਾਹੁੰਦਾ, ਅੱਧਾ ਕਿਲੋ ਵਾਲਾ ਦਾ ਕਰਨਾ ਚਾਹੁੰਦਾ ਜਾਂ ਇੱਕ ਦਿਨ ਵਾਲਾ ਦਾ ਕਰਨਾ ਚਾਹੁੰਦਾ। ਇੱਕ ਦਿਨ ਵਾਲਾ ਵੀ ਉਹਦੇ ਕੋਲ ਮਿਲ ਜਾਏਗਾ। ਹਾਂ ਇੱਕ ਹਰ ਚੀਜ਼ ਉਹ ਲੈ ਦੇਗਾ। ਇਹ ਲੈ ਦੇਗਾ। ਠੀਕ ਹੋ ਗਿਆ ਭਾਈ ਜਾਨ। ਦੋਸਤੋ ਕਿਸ ਤਰ੍ਹਾਂ ਲੱਗੀ ਜੇ ਵੀਡੀਓ ਅੱਛੀ ਲੱਗਦੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜ਼ਿਆਦਾ ਅੱਛੇ ਕਮੈਂਟ ਕਰਿਆ ਕਰੋ। ਜਿਹੜਾ ਵੀ ਤੁਹਾਡੇ ਜ਼ਿਹਨ ਤੇ ਸਵਾਲ ਆਉਂਦਾ ਉਹ ਤੁਸੀਂ ਸਾਨੂੰ ਜ਼ਰੂਰ ਪੁੱਛਣਾ। ਜੇ ਤੁਹਾਡੇ ਸਵਾਲ ਪੁੱਛਣ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ, ਠੀਕ ਹੈ ਨਾ। ਤੁਸੀਂ ਸਵਾਲ ਜ਼ਰੂਰ ਕਰਨਾ ਜੇ, ਅਸੀਂ ਉਹਦਾ ਹਰ ਹਾਲ ਦੇ ਵਿੱਚ ਜਿੱਦਾਂ ਭਾਈ ਬੱਗੇ ਕੋਲ ਪੁੱਛ ਕੇ ਤੇ ਜਵਾਬ ਦੇਵਾਂਗੇ। ਫਿਲ ਫੋਰ ਉਸੇ ਟਾਈਮ ਅਸੀਂ ਤੁਹਾਨੂੰ ਜਵਾਬ ਨਹੀਂ ਦੇਣਾ, ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਜਵਾਬ ਦੇਣਾ ਤਾਂ ਕਿ ਉਸ ਸਵਾਲ ਦੇ ਉੱਤੇ ਵੀਡੀਓ ਬਣਾਈ ਜਾਏ, ਉਸ ਕਮੈਂਟ ਦੇ ਉੱਤੇ ਵੀਡੀਓ ਬਣਾਈ ਜਾਏ ਤਾਂ ਕਿ ਦੂਸਰੇ ਲੋਕ ਜਿਹੜੇ ਸੁਣਨ ਵਾਲੇ ਨੇ, ਵੇਖਣ ਵਾਲੇ ਨੇ, ਉਹਨਾਂ ਦਾ ਵੀ ਕੋਈ ਭਲਾ ਹੋ ਸਕੇ। ਠੀਕ ਹੈ ਨਾ ਦੋਸਤੋ, ਅੱਛੀ ਲੱਗਦੀ ਹੈ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਉਹ ਸਾਡੇ ਚੈਨਲ ਨੂੰ ਜ਼ਿਆਦਾ ਸਬਸਕ੍ਰਾਈਬ ਕਰੋ। ਇਸੇ ਨਾਲ ਅਸੀਂ ਇਜਾਜ਼ਤ ਚਾਹਾਂਗੇ। ਅੱਲਾ ਹਾਫਿਜ਼।